ਸੋ ਆਪਾਂ ਵਿਚਾਰ ਸ਼ੁਰੂ ਕੀਤਾ ਸੀਗਾ ਗੁਰੂ ਸਾਹਿਬ ਦੇ 52 ਹੁਕਮ ਜਿਹੜੇ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਔਰ ਉਸ ਦੇ ਵਿੱਚ ਆਪਾਂ ਹੌਲੀ ਹੌਲੀ ਉਹ ਜਿਹੜੀ ਲੜੀ ਹੈ ਉਸਨੂੰ ਚਲਾਉਂਦੇ ਹੋਏ 15ਵੇਂ ਹੁਕਮ ਦੇ ਉੱਤੇ ਪਹੁੰਚੇ ਹਾਂ। ਗੁਰੂ ਸਾਹਿਬ ਦੇ ਜਿਹੜੇ ਹੁਕਮ ਨੇ ਇਸ ਕਰਕੇ ਸਾਡੇ ਲਈ ਜਾਣਨੇ ਜ਼ਰੂਰੀ ਨੇ, ਕਿਉਂਕਿ ਇਹ ਜਿਹੜੇ ਹੁਕਮ ਨੇ ਗੁਰੂ ਸਾਹਿਬ ਦੇ ਔਰ ਜਿਹੜੇ ਗੁਰੂ ਸਾਹਿਬ ਦੇ ਰਹਿਤਨਾਮੇ ਨੇ ਜਾਂ ਹੁਕਮਨਾਮੇ ਨੇ, ਉਹਨਾਂ ਦੇ ਵਿੱਚੋਂ ਹੀ ਅਲਟੀਮੇਟਲੀ ਜਿਹੜੀ ਸਿੱਖ ਰਹਿਤ ਮਰਿਆਦਾ ਹੈ ਉਹ ਉਸ ਦੇ ਵਿੱਚੋਂ ਇੱਕ ਕਿਸਮ ਦੇ ਨਾਲ ਉਹ ਕ੍ਰੀਏਟ ਕੀਤੀ ਗਈ ਹੈ। ਔਰ ਉਸ ਹਿਸਟਰੀ ਦੇ ਵਿੱਚ ਆਪਾਂ ਪਹਿਲੇ ਇਹ ਵੀ ਵਿਚਾਰ ਕੀਤਾ ਸੀ ਵੀ ਗੁਰੂ ਸਾਹਿਬ ਦੇ ਜਿਹੜੇ 52 ਹੁਕਮ ਨੇ ਉਹਨਾਂ ਨੇ ਸਪੈਸੀਫਿਕਲੀ ਹਿਸਟੋਰੀਕਲੀ ਇਹ ਮੰਨਿਆ ਜਾਂਦਾ ਕਿ ਵੀ ਜਿਹੜੀ ਅਫਗਾਨਿਸਤਾਨ ਦੀ ਸੰਗਤ ਸੀ ਉਸ ਵਾਸਤੇ ਉਹਨਾਂ ਨੇ ਲਿਖੇ ਸਨ। ਇੰਡੀਆ ਦੇ ਵਿੱਚ, ਅਫਗਾਨਿਸਤਾਨ ਦੇ ਵਿੱਚ ਕਈ ਥਾਵਾਂ ਦੇ ਉੱਤੇ ਗੁਰੂ ਘਰਾਂ ਦੇ ਵਿੱਚ ਇਹ ਪਿਛਲੇ 200-300 ਸਾਲਾਂ ਤੋਂ ਇਹ ਜਿਹੜੇ ਹੁਕਮ ਨੇ ਇਹ ਉਹਨਾਂ ਗੁਰੂ ਘਰਾਂ ਦੇ ਵਿੱਚ ਲਿਖੇ ਹੋਏ ਨੇ। ਅਨੰਦਪੁਰ ਸਾਹਿਬ ਗੁਰੂ ਘਰ ਦੇ ਵਿੱਚ, ਪਟਨਾ ਸਾਹਿਬ, ਔਰ ਉਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਜਿਹੜਾ ਗੁਰਦੁਆਰਾ ਸ੍ਰੀ ਪਿਪਲੀ ਸਾਹਿਬ ਹੈਗਾ ਉੱਥੇ ਵੀ, ਔਰ ਅਫਗਾਨਿਸਤਾਨ ਦੇ ਵਿੱਚ ਵੀ ਕਈ ਗੁਰਦੁਆਰੇ ਜਿਹੜੇ ਨੇ ਉਹਨਾਂ ਦੇ ਵਿੱਚ ਇਹ ਜਿਹੜੇ 52 ਹੁਕਮ ਨੇ ਇਹ ਗੁਰੂ ਘਰਾਂ ਦੇ ਵਿੱਚ ਉੱਥੇ ਉਹਨਾਂ ਦੀ ਦੀਵਾਰਾਂ ਦੇ ਉੱਤੇ ਜੜੇ ਹੋਏ ਨੇ, ਉੱਥੇ ਇਨਗ੍ਰੇਨਡ ਨੇ, ਲਿਖੇ ਹੋਏ ਨੇ। ਸੋ ਇਹਨਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਸਾਡੇ ਵਾਸਤੇ ਕਿ ਗੁਰੂ ਸਾਹਿਬ ਨੇ ਇਹ ਹੁਕਮ ਜਿਹੜੇ ਨੇ ਸਾਨੂੰ ਕਿਉਂ ਦਿੱਤੇ ਨੇ। ਔਰ ਕਈ ਜਿਹੜੇ ਸਿੱਖ ਹਿਸਟੋਰੀਅਨ ਨੇ ਉਹਨਾਂ ਨੇ ਵੀ ਇਸ ਦੇ ਉੱਤੇ ਰਿਸਰਚ ਕੀਤੀ ਹੈ, ਵਿਚਾਰ ਕੀਤਾ ਹੈ। ਉਹਨਾਂ ਵਿੱਚੋਂ ਇੱਕ ਜਿਹੜਾ 15ਵਾਂ ਹੁਕਮ ਗੁਰੂ ਸਾਹਿਬ ਨੇ ਜਿੱਥੇ ਹੁਣ ਆਪਾਂ ਪਹੁੰਚੇ ਹਾਂ, ਪਿਛਲੀ ਵਾਰੀ ਆਪਾਂ ਆਨੰਦ ਕਾਰਜ ਔਰ ਉਸ ਦੇ ਨਾਲ ਰਿਲੇਟਡ ਜਿਹੜੇ ਹੁਕਮ ਨੇ ਉਸ ਬਾਰੇ ਵਿਚਾਰ ਕੀਤੀ ਸੀ। ਹੁਣ ਆਪਾਂ ਜਿੱਥੇ ਪਹੁੰਚੇ ਹਾਂ ਉਹ ਹੁਕਮ ਹੈ ਕਿ ਵੀ ਪਰਾਈ ਇਸਤਰੀ ਜਿਹੜੀ ਹੈ ਉਸ ਨੂੰ ਆਪਣੀ ਮਾਂ, ਭੈਣ ਔਰ ਬੇਟੀ ਦਾ ਰੁਤਬਾ ਜਿਹੜਾ ਹੈ ਉਹ ਦੇਣਾ ਹੈ। ਕੰਸੀਡਰ women other than your wife as your mothers, daughters and sisters. So anyways, ਆਪਾਂ ਸ਼ੁਰੂ ਕਰੀਏ ਤੇ ਸ਼ੁਰੂ ਕਰਨ ਤੋਂ ਪਹਿਲਾਂ ਉਸ ਵਾਹਿਗੁਰੂ ਅੱਗੇ ਬੇਨਤੀ ਕਰੀਏ ਬਈ ਉਹ ਸਾਨੂੰ ਹਮੇਸ਼ਾ ਦੀ ਤਰ੍ਹਾਂ ਗਾਈਡ ਕਰੇ ਔਰ ਸਾਡੇ ਉੱਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾ ਬਣਾ ਕੇ ਰੱਖੇ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ, ਡੋਲਨ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਸੀਂ ਪਿਛਲੇ ਕੁਝ ਟੌਪਿਕਸ ਦੇ ਵਿੱਚ ਇਹ ਵਿਚਾਰ ਕੀਤਾ ਸੀਗਾ, ਕਾਫੀ ਉਸ ਦੇ ਉੱਤੇ ਸਾਡੀ ਐਕਸਟੈਂਸਿਵ ਡਿਸਕਸ਼ਨ ਵੀ ਹੋਈ ਔਰ ਹੁਣ ਵੀ ਮੇਰੀ ਕੋਸ਼ਿਸ਼ ਇਹੀ ਹੋਏਗੀ ਕਿ ਵੀ ਮੈਂ ਆਪ ਜੀ ਦੇ ਨਾਲ ਜੋ ਥੋੜੀ ਬਹੁਤ ਇਨਫੋਰਮੇਸ਼ਨ ਮੇਰੇ ਪਾਸ ਹੈ ਮੈਂ ਉਹ ਆਪ ਜੀ ਦੇ ਨਾਲ ਸ਼ੇਅਰ ਕਰਾਂ ਤੇ ਉਸ ਤੋਂ ਬਾਅਦ ਫਿਰ ਇਹ ਵੀ ਆਪਾਂ ਵੀ ਵਿਲ ਓਪਨ ਇਟ ਟੂ ਦ ਲਾਰਜਰ ਡਿਸਕਸ਼ਨ ਤਾਂ ਕਿ ਆਪਾਂ ਇਸ ਹੁਕਮਨਾਮੇ ਨੂੰ ਔਰ ਇਸ ਦੀ ਜਿਹੜੀ ਇੰਪੋਰਟੈਂਸ ਹੈ, ਕਿਉਂ ਸਾਡੇ ਵਾਸਤੇ ਇੰਪੋਰਟੈਂਟ ਹੈ, ਕਿਉਂ ਗੁਰੂ ਸਾਹਿਬ ਨੇ ਸਾਨੂੰ ਇਹ ਹੁਕਮਨਾਮਾ ਦਿੱਤਾ ਹੈ, ਉਸ ਨੂੰ ਆਪਾਂ ਇੱਕ ਸੰਗਤੀ ਰੂਪ ਦੇ ਵਿੱਚ ਉਸ ਦੇ ਉੱਤੇ ਵਿਚਾਰ ਕਰ ਸਕੀਏ। ਪਿਛਲੇ ਕੁਝ ਲੈਕਚਰਸ ਦੇ ਵਿੱਚ ਆਪਾਂ ਇਸ ਦੇ ਉੱਤੇ ਵਿਚਾਰ ਕੀਤਾ ਸੀ ਕਿ ਮੈਰਿਜ ਦਾ ਇੰਸਟੀਟਿਊਸ਼ਨ ਜਿਹੜਾ ਹੈ ਕਿਉਂ ਹੈ, ਕੀ ਹੈ ਔਰ ਉਹ ਸਾਡੇ ਲਈ ਕਿਉਂ ਇੰਪੋਰਟੈਂਟ ਹੈ। ਔਰ ਉਸ ਕੰਟੈਕਸਟ ਦੇ ਵਿੱਚ ਸਿੱਖਾਂ ਦੇ ਵਾਸਤੇ ਮੈਰਿਜ ਜਿਹੜੀ ਹੈ ਉਸ ਦੀ ਕੀ ਸਿਗਨੀਫੀਕੈਂਸ ਹੈ ਔਰ ਆਪਾਂ ਆਨੰਦ ਕਾਰਜ ਦਾ ਜਿਹੜਾ ਕਨਸੈਪਟ ਹੈ ਉਸ ਨੂੰ ਆਪਾਂ ਡਿਸਕਸ ਕੀਤਾ ਸੀਗਾ। ਆਪਾਂ ਇਹ ਵੀ ਵਿਚਾਰ ਕੀਤਾ ਵੀ ਮੈਰਿਜ ਜਿਹੜੀ ਹੈ ਉਹ ਇੱਕ ਸੋਸ਼ਲ ਕਨਸਟਰਕਟ ਹੈ, ਇੱਕ ਪ੍ਰੋਸੈਸ ਹੈ ਜਿਸ ਦੇ ਵਿੱਚ ਕਿ ਕੋਹੈਬਿਟੇਸ਼ਨ ਜਿਹੜੀ ਹੈ ਉਸ ਨੂੰ ਇੱਕ ਆਫੀਸ਼ੀਅਲ ਰੈਕਗਨੀਸ਼ਨ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ। ਜਿਹੜਾ ਰਿਲੇਸ਼ਨਸ਼ਿਪ ਹੈ ਉਸ ਨੂੰ ਅਸੀਂ ਪਬਲਿਕ ਬਣਾਉਂਦੇ ਹਾਂ ਔਰ ਉਸ ਪਬਲਿਕਲੀ ਡਿਕਲੇਅਰਡ ਕਮਿਟਮੈਂਟ ਜਿਹੜੀ ਹੈ ਉਸ ਨੂੰ ਅਸੀਂ ਇੱਕ ਆਫੀਸ਼ੀਅਲ ਸੈਂਕਟਿਟੀ ਦਿੰਦੇ ਹਾਂ ਔਰ ਅਸੀਂ ਕਮਿਟਮੈਂਟ ਦਿਖਾਉਂਦੇ ਹਾਂ ਵੀ ਅਸੀਂ ਇਸ ਰਿਲੇਸ਼ਨ ਦੇ ਵਿੱਚ ਕਮਿਟਡ ਰਹਾਂਗੇ। ਫਿਰ ਅਸੀਂ ਇੱਕ ਗੱਲ ਹੋਰ ਵੀ ਦੇਖੀ ਸੀ ਬਹੁਤ ਇੰਪੋਰਟੈਂਟ ਕਿ ਇੱਕ ਬਕਾਇਦਾ ਪੂਰਾ ਹੁਕਮਨਾਮਾ ਹੈ ਗੁਰੂ ਸਾਹਿਬ ਦਾ ਕਿ ਆਨੰਦ ਕਾਰਜ ਤੋਂ ਇਲਾਵਾ ਜਾਂ ਆਊਟਸਾਈਡ ਆਫ ਦੀ ਆਨੰਦ ਕਾਰਜ ਇੱਕ ਫਾਰਮਲ ਆਫੀਸ਼ੀਅਲ ਮੈਰਿਜ ਦੇ ਬਗੈਰ ਇਕੱਠੇ ਰਹਿਣਾ ਜਿਹੜਾ ਹੈ ਉਸ ਦਾ ਸਿੱਖ ਫਲਸਫੇ ਦੇ ਵਿੱਚ, ਸਿੱਖੀ ਦੇ ਵਿੱਚ ਉਸ ਦੀ ਕੋਈ ਜਗ੍ਹਾ ਨਹੀਂ ਹੈ। ਸੋ ਉਸ ਦੇ ਵਿੱਚ ਆਪਾਂ ਵਿਚਾਰ ਕੀਤਾ ਸੀਗਾ ਕਿ ਜਿਸ ਤਰ੍ਹਾਂ ਅੱਜ ਕੱਲ੍ਹ ਕਾਮਨ ਲਾਅ ਜਾਂ ਲਿਵ ਇਨ ਪਾਰਟਨਰਸ਼ਿਪਸ ਹੈਗੀਆਂ ਨੇ ਜਾਂ ਓਪਨ ਰਿਲੇਸ਼ਨਸ਼ਿਪਸ ਨੇ, ਉਸ ਦੇ ਵਿੱਚ ਇੱਕ ਕਪਲ ਇੱਕ ਦੂਸਰੇ ਦੇ ਪ੍ਰਤੀ ਕਮਿਟਮੈਂਟ ਦਿਖਾ ਰਿਹਾ ਹੈ ਜਾਂ ਨਹੀਂ ਦਿਖਾ ਰਿਹਾ,
ਪਰ ਉਹਨਾਂ ਚੀਜ਼ਾਂ ਦਾ ਸਿੱਖੀ ਦੇ ਵਿੱਚ ਕੋਈ ਉਸ ਦੀ ਜਗ੍ਹਾ ਨਹੀਂ ਹੈ। ਸਿੱਖੀ ਉਸ ਚੀਜ਼ ਨੂੰ ਪਰਮਿਟ ਨਹੀਂ ਕਰਦੀ। ਸੋ ਸਿੱਖੀ ਜਿਹੜੀ ਹੈ ਆਨੰਦ ਕਾਰਜ ਔਰ ਆਨੰਦ ਕਾਰਜ ਤੋਂ ਬਾਹਰ ਕਿਸੇ ਵੀ ਰਿਲੇਸ਼ਨ ਨੂੰ ਅਲਾਉ ਨਹੀਂ ਕਰਦੀ। ਮੋਸਟਲੀ ਅਸੀਂ ਇਸ ਨੂੰ ਵਿਚਾਰ ਕੀਤਾ ਸੀਗਾ ਕਿ ਇਹ ਚੀਜ਼ਾਂ ਇਸ ਕਰਕੇ ਇੰਪੋਰਟੈਂਟ ਨੇ ਕਿਉਂਕਿ ਇਹ ਕੁਝ ਐਸੀਆਂ ਚੀਜ਼ਾਂ ਨੇ ਵੀ ਆਨੰਦ ਕਾਰਜ ਤੋਂ ਇਲਾਵਾ ਜੋ ਕੁਝ ਵੀ ਇੱਕ ਕੋਹੈਬਿਟੇਸ਼ਨ ਦਾ ਪ੍ਰੋਸੈਸ ਕੋਈ ਅਗਰ ਫੋਲੋ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਸ ਚੀਜ਼ ਨੂੰ ਕੋਈ ਵੀ ਰਿਲੀਜਨ ਜਿਹੜਾ ਹੈ ਦੁਨੀਆ ਦਾ ਉਹ ਸੈਂਕਟਿਟੀ ਨਹੀਂ ਦਿੰਦਾ। ਕੋਈ ਵੀ ਸਿਵਲ ਸੁਸਾਇਟੀ ਜਿਹੜੀ ਹੈ ਉਸ ਨੂੰ ਮੋਰਲ ਐਕਟ ਨਹੀਂ ਸਮਝਦੀ। ਹਾਲਾਂਕਿ ਅੱਜ ਦੀ ਦੁਨੀਆ ਦੇ ਵਿੱਚ ਲੀਗਲ ਪਰਪਸਿਸ ਕਰਕੇ ਉਸ ਨੂੰ ਅਸੀਂ ਇਲੀਗਲ ਨਹੀਂ ਮੰਨਦੇ ਕਿਉਂਕਿ ਜੇ ਹੁਣ ਕੋਈ ਕਾਮਨ ਲਾਅ ਦੇ ਵਿੱਚ ਐਗਜ਼ਿਸਟ ਕਰ ਰਿਹਾ ਹੈ ਤੇ ਉਹ ਕਹਿੰਦਾ ਜੀ ਵੀ ਮੇਰੇ ਕੁਝ ਰਾਈਟਸ ਨੇ। ਸੋ ਲਾਅ ਜਿਹੜਾ ਬਣਿਆ ਹੈ ਉਹ ਸਿਰਫ ਇਸ ਕਰਕੇ ਬਣਿਆ ਹੈ ਵੀ ਸਪਾਊਸ ਨੂੰ ਜਿਹੜੇ ਉਸ ਦੇ ਰਾਈਟਸ ਨੇ ਉਹ ਦਿੱਤੇ ਜਾ ਸਕਣ, ਪਰ ਉਸ ਦੀ ਕੋਈ ਲੀਗੈਲਿਟੀ ਜਾਂ ਉਸ ਦੀ ਕੋਈ ਰਿਲੀਜੀਅਸ ਸੈਂਕਟਿਟੀ ਨਹੀਂ ਹੈ। ਐਂਡ ਸੋ ਆਪਾਂ ਇਹ ਵੀ ਵਿਚਾਰ ਕੀਤਾ ਸੀਗਾ ਕਿ is it actually only immoral ਜਾਂ does it end up becoming sinful also? ਸੋ ਇਹ ਸਾਰੀਆਂ ਗੱਲਾਂ ਆਪਾਂ ਜਿਹੜੀਆਂ ਸੀ ਇਹ ਪਹਿਲੇ ਵਿਚਾਰ ਕੀਤੀਆਂ ਸੀਗੀਆਂ ਔਰ ਫਿਰ ਆਪਾਂ ਇਹ ਗੱਲ ਦੇਖੀ ਕਿ ਸਿੱਖੀ ਦੇ ਵਿੱਚ ਮੈਰਿਜ ਦਾ ਕੀ ਕਨਸੈਪਟ ਹੈ ਔਰ ਅਸੀਂ ਇਹ ਦੇਖਿਆ ਕਿ ਕਿਸ ਤਰ੍ਹਾਂ ਆਪਾਂ 4 ਲਾਵਾਂ ਜਿਹੜੀਆਂ ਨੇ ਉਸ ਦੇ ਨਾਲ ਗੁਰੂ ਸਾਹਿਬ ਦੀ ਬਾਣੀ ਜਿਹੜੀ ਹੈ ਉਸ ਨੂੰ ਆਧਾਰ ਬਣਾ ਕੇ ਇੱਕ ਕਮਿਟਮੈਂਟ ਜਿਹੜਾ ਕਪਲ ਹੈ ਉਹ ਇੱਕ ਕਮਿਟਮੈਂਟ ਕਰ ਰਿਹਾ ਹੈ। ਦੇ ਆਰ ਗੈਟਿੰਗ ਟੂਗੇਦਰ ਇਨ ਹੋਲੀ ਮੈਟਰੀਮਨੀ ਇਨ ਦ ਪ੍ਰੈਜ਼ੈਂਸ ਆਫ ਗੁਰੂ ਗ੍ਰੰਥ ਸਾਹਿਬ ਔਰ ਉਹ ਗੁਰੂ ਦੇ ਪ੍ਰਤੀ ਆਪਣੀ ਇੱਕ ਕਮਿਟਮੈਂਟ ਕਰ ਰਹੇ ਨੇ ਔਰ ਜੋ ਗੁਰੂ ਗ੍ਰੰਥ ਸਾਹਿਬ ਔਰ ਗੁਰੂ ਜਿਹੜਾ ਹੈ ਉਹ ਉਹਨਾਂ ਨੂੰ ਇਨਸਟਰਕਸ਼ਨਸ ਦੇ ਰਿਹਾ ਹੈ, ਉਹਨਾਂ ਇਨਸਟਰਕਸ਼ਨਸ ਨੂੰ ਉਹ ਮੰਨ ਰਹੇ ਨੇ। ਔਰ ਫਿਰ ਆਪਾਂ ਇਹ ਵੀ ਗੱਲ ਦੇਖੀ ਵੀ ਜਿਹੜਾ ਆਨੰਦ ਕਾਰਜ ਹੈ ਇਹ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਿੱਖ ਫਲਸਫੇ ਦੇ ਵਿੱਚ ਸਿੱਖ ਜੀਵਨ ਦੇ ਵਿੱਚ 4 ਸੰਸਕਾਰ ਨੇ, 4 ਪੜਾਅ ਨੇ, ਉਹਨਾਂ ਵਿੱਚੋਂ ਇਹ ਇੱਕ ਹੈ। ਔਰ ਆਪਾਂ ਇਹ ਦੇਖਿਆ ਕਿ ਨਾਮ ਸੰਸਕਾਰ ਹੈ, ਅੰਮ੍ਰਿਤ ਸੰਸਕਾਰ ਹੈ ਔਰ ਫਿਰ ਆਨੰਦ ਕਾਰਜ ਹੈ ਜਾਂ ਆਨੰਦ ਸੰਸਕਾਰ ਔਰ ਅੰਤਿਮ ਸੰਸਕਾਰ। ਇਹ 4 ਪੜਾਅ ਨੇ ਇੱਕ ਸਿੱਖ ਦੇ ਜੀਵਨ ਦੇ, ਜਿਸ ਦੇ ਵਿੱਚ ਕਿ ਪਹਿਲੇ ਉਹਦਾ ਨਾਮਕਰਨ ਹੁੰਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਹਿਸਾਬ ਦੇ ਨਾਲ। ਫਿਰ ਉਸ ਨੂੰ ਹੁਕਮ ਹੈ ਕਿ ਉਹ ਆਪਣੇ ਜੀਵਨ ਦੇ ਦੌਰਾਨ ਅੰਮ੍ਰਿਤ ਸੰਸਕਾਰ ਜਿਹੜਾ ਹੈ ਉਸ ਦੇ ਵਿੱਚ ਆਪਣੇ ਆਪ ਨੂੰ ਪਾਵੇ, ਵਿਚ ਮੀਨਸ ਕਿ ਬੇਸਿਕਲੀ ਉਹ ਖੰਡੇ ਬਾਟੇ ਦੀ ਪੌਲ ਜਿਹੜੀ ਹੈ ਉਹ ਛਕੇ ਜਾਂ ਅੰਮ੍ਰਿਤ ਜਿਹੜਾ ਹੈ ਉਸ ਨੂੰ ਛਕੇ। ਔਰ ਫਿਰ ਤੀਸਰਾ ਹੈ ਮੈਰਿਜ ਦਾ ਆਨੰਦ ਕਾਰਜ ਔਰ ਚੌਥਾ ਜਿਹੜਾ ਹੈ ਜਿਸ ਵੇਲੇ ਕਿਸੇ ਬੰਦੇ ਦੀ ਡੈਥ ਹੋ ਜਾਂਦੀ ਹੈ ਅੰਤਿਮ ਸੰਸਕਾਰ ਜਿਹੜਾ ਉਸਦਾ ਹੈ। ਸੋ ਇਹਨਾਂ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਕਨਸੈਪਟ ਸੀਗਾ। ਇਹ ਸਾਰੀਆਂ ਗੱਲਾਂ ਕਿਉਂ ਇੰਪੋਰਟੈਂਟ ਨੇ ਅਗਰ ਅਸੀਂ ਆਪਣੇ ਅੱਜ ਦੇ ਟੌਪਿਕ ਦੇ ਵਿੱਚ ਦੇਖੀਏ ਕਿ ਅੱਜ ਦੇ ਟੌਪਿਕ ਦੇ ਵਿੱਚ ਸਾਨੂੰ ਗੁਰੂ ਸਾਹਿਬ ਨੇ ਇਹ ਗੱਲ ਕਹੀ ਕਿ ਅਸੀਂ ਪਰਾਈ ਇਸਤਰੀ ਜਿਹੜੀ ਹੈ ਉਸ ਨੂੰ ਮਾਂ, ਭੈਣ ਔਰ ਬੇਟੀ ਦਾ ਦਰਜਾ ਦੇਣਾ ਹੈ। ਕਿਉਂਕਿ ਇੱਕ ਸਿੱਖ ਜਿਹੜਾ ਹੈ ਜਿਸ ਵੇਲੇ ਆਪਾਂ ਆਪਣੇ ਆਪ ਨੂੰ ਆਨੰਦ ਕਾਰਜ ਦੇ ਵਿੱਚ ਬੰਨ੍ਹਦਾ ਹੈ ਤੇ ਉਹ ਇੱਕ ਗੁਰੂ ਦੇ ਪ੍ਰਤੀ ਕਮਿਟਮੈਂਟ ਕਰ ਰਿਹਾ ਹੈ ਕਿਉਂਕਿ ਗੁਰਬਾਣੀ ਜਿਹੜੀ ਹੈ ਉਸ ਦੇ ਵਿੱਚ ਬ੍ਰਾਈਡ ਦਾ ਕਨਸੈਪਟ ਜਿਹੜਾ ਹੈ, ਮੈਰਿਜ ਦਾ ਜਿਹੜਾ ਕਨਸੈਪਟ ਹੈ ਉਹ ਇੱਕ ਸੋਲ ਬ੍ਰਾਈਡ ਦਾ ਕਨਸੈਪਟ ਹੈ ਜਿਸ ਦੇ ਵਿੱਚ ਕਿ ਪਰਮਾਤਮਾ ਜਿਹੜਾ ਹੈ ਉਹ ਸੋਲ ਹਸਬੈਂਡ ਹੈ ਹਰ ਇੱਕ ਦਾ ਇਸ ਦੁਨੀਆ ਦੇ ਉੱਤੇ ਹਰ ਇੱਕ ਪ੍ਰਾਣੀ ਦਾ। ਔਰ ਇਨਸਾਨ ਜਿਹੜੇ ਨੇ ਡਜ਼ਨਟ ਮੈਟਰ ਕਿ ਉਹ ਮੇਲ ਹੈ ਜਾਂ ਫੀਮੇਲ ਹੈ, ਦੇ ਆਰ ਦ ਸੋਲ ਬ੍ਰਾਈਡਸ ਆਫ ਦ ਕ੍ਰੀਏਟਰ। ਐਂਡ ਸੋ ਗੁਰੂ ਸਾਹਿਬ ਜਿਹੜੇ ਨੇ ਗੁਰਬਾਣੀ ਦੇ ਵਿੱਚ ਇਸ ਦਾ ਸਾਨੂੰ ਹੁਕਮ ਦਿੰਦੇ ਨੇ ਕਿ ਇਸ ਜਗ ਮੇਂ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੇ ਜਿਹੜੀ ਕ੍ਰੀਏਸ਼ਨ ਹੈ ਉਹ ਸੋਲ ਬ੍ਰਾਈਡਸ ਨੇ ਉਸ ਕ੍ਰੀਏਟਰ ਦੀ। ਸੋ ਇਸ ਕਰਕੇ ਇਹ ਜਿਹੜਾ ਹੁਕਮ ਹੈ ਔਰ ਜਿਹੜਾ ਆਨੰਦ ਕਾਰਜ ਦਾ ਕਨਸੈਪਟ ਹੈ ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਸ ਦੇ ਉੱਤੇ ਅਸੀਂ 3-4 ਲੈਕਚਰ ਜਿਹੜੇ ਨੇ ਉਹ ਕੀਤੇ ਨੇ ਔਰ ਆਪਣੀ ਸਮਝ ਮੁਤਾਬਿਕ ਮੈਂ ਆਪ ਦੇ ਨਾਲ ਸ਼ੇਅਰ ਕੀਤਾ ਜੋ ਮੈਨੂੰ ਸਮਝ ਆਈ ਗੱਲ। ਤੇ ਹੁਣ ਇਹ ਜਿਹੜੀ ਇੰਪੋਰਟੈਂਸ ਹੈ ਇਸ ਪਾਰਟਿਕੂਲਰ ਹੁਕਮ ਦੀ ਉਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਗੁਰਬਾਣੀ ਦੇ ਵਿੱਚ ਆਪਾਂ ਅਕਸਰ 5 ਚੋਰ ਜਿਹੜੇ ਨੇ, 5 ਵਿਕਾਰ ਜਿਹੜੇ ਨੇ ਉਹਨਾਂ ਦੀ ਆਪਾਂ ਗੱਲ ਕਰਦੇ ਹਾਂ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਬੇਸਿਕਲੀ ਅਗਰ ਆਪਾਂ ਦੇਖੀਏ ਤੇ ਇਹ ਸਾਰੇ ਕਨਸੈਪਟ ਜਿਹੜੇ ਨੇ ਇਹ ਕਿਤੇ ਨਾ ਕਿਤੇ ਇੱਕ ਇਨਹੈਰੈਂਟ ਗਰੀਡ ਤੋਂ ਨਿਕਲਦੇ ਨੇ ਜਿੱਥੇ ਕਿ ਜਾਂ ਤੇ ਆਪਣੇ ਸਕੇ ਸੰਬੰਧੀਆਂ ਦੇ ਪ੍ਰਤੀ ਇੱਕ ਪਿਆਰ ਹੈ, ਪਿਆਰ ਵੀ ਜਿਹੜਾ ਹੈ
ਉਹ ਉਸ ਹੱਦ ਤੱਕ ਹੈ ਜਿੱਥੇ ਕਿ ਉਹ ਮੋਹ ਬਣ ਜਾਂਦਾ ਹੈ, ਜਾਂ ਕਿਸੇ ਮਟੀਰੀਅਲ ਚੀਜ਼ ਦੇ ਪ੍ਰਤੀ ਇੱਕ ਗਰੀਡ ਹੈ, ਲੋਭ ਹੈ, ਠੀਕ ਹੈ। ਔਰ ਜਿੱਥੇ ਉਹ ਲੋਭ ਜਾਂ ਉਹ ਮਟੀਰੀਅਲ ਕਮਿਟਮੈਂਟਸ ਜਿਹੜੀਆਂ ਨੇ ਉਹ ਪੂਰੀਆਂ ਹੋ ਰਹੀਆਂ ਨੇ, ਉੱਥੇ ਇਨਸਾਨ ਦੇ ਵਿੱਚ ਇੱਕ ਅਹੰਕਾਰ ਆ ਰਿਹਾ ਹੈ ਕਿ ਵੀ ਮੇਰੇ ਕੋਲ ਆ ਹੈ, ਦੂਸਰੇ ਕੋਲ ਨਹੀਂ ਹੈ। ਔਰ ਜਿੱਥੇ ਉਹ ਨਹੀਂ ਹੈ, ਉੱਥੇ ਇੱਕ ਗਰੀਡ ਆ ਰਹੀ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਇਸ ਚੀਜ਼ ਨੂੰ ਇਕੱਠੇ ਕਰ ਲਵਾਂ, ਬਾਈ ਹੁੱਕ ਔਰ ਕਰੁੱਕ। ਔਰ ਅਗਰ ਇਨਸਾਨ ਨਹੀਂ ਕਰ ਪਾਉਂਦਾ ਤੇ ਉਸ ਦੇ ਵਿੱਚ ਇੱਕ ਗੁੱਸਾ ਆਉਂਦਾ ਹੈ, ਕ੍ਰੋਧ ਆਉਂਦਾ ਹੈ। ਔਰ ਉਹਨਾਂ ਵਿੱਚੋਂ ਹੀ ਇੱਕ ਜਿਹੜਾ ਬਹੁਤ ਇੰਪੋਰਟੈਂਟ ਚੋਰ ਹੈ ਜਿਹੜਾ, ਉਹ ਹੈ ਕਾਮ ਦਾ। ਸੋ ਇਹ ਜਿਹੜੀਆਂ 5 ਚੋਰ ਨੇ, ਕਿਸੇ ਵੀ ਤਰੀਕੇ ਦੇ ਨਾਲ ਆਪਣੇ ਆਪ ਨੂੰ ਇਹ ਮੈਨੀਫੈਸਟ ਕਰਨ, ਇਹਨਾਂ ਦਾ ਜਿਹੜਾ ਬੇਸਿਕ ਅੰਡਰਲਾਈਂਗ ਪ੍ਰਿੰਸੀਪਲ ਹੈ ਉਹ ਇਹ ਹੈ ਕਿ ਜੋ ਚੀਜ਼ ਮੇਰੇ ਕੋਲ ਨਹੀਂ ਹੈ, ਇੱਕ ਮੇਰੇ ਅੰਦਰ ਡਿਜ਼ਾਇਰ ਹੈ ਕਿ ਕਿਸੇ ਤਰੀਕੇ ਮੈਂ ਉਸ ਚੀਜ਼ ਨੂੰ ਇਕੱਠਾ ਕਰ ਲਵਾਂ, ਭਾਵੇਂ ਉਹ ਕੋਈ ਮਟੀਰੀਅਲ ਚੀਜ਼ ਹੈ, ਭਾਵੇਂ ਉਹ ਕੋਈ ਇਨਸਾਨ ਹੈ। ਪੁਰਾਣੇ ਟਾਈਮਾਂ ਦੇ ਵਿੱਚ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਸਲੇਵਸ ਦੇ ਉੱਤੇ ਵੀ ਜਾਂਦੀਆਂ ਸੀਗੀਆਂ। ਕਿਸੇ ਕੋਲ 5 ਸਲੇਵ ਨੇ, ਕਿਸੇ ਕੋਲ 10 ਨੇ, ਜਿਹਦੇ ਕੋਲ 5 ਨੇ ਉਹਦੀ ਕੋਸ਼ਿਸ਼ ਹੁੰਦੀ ਸੀ ਵੀ ਮੈਂ ਹੋਰ ਸਲੇਵਸ ਜਿਹੜੇ ਨੇ ਉਹ ਕਿਸੇ ਦੇ ਕੋਲੋਂ ਲੈ ਲਵਾਂ ਕਿਸੇ ਤਰੀਕੇ। ਜਿਹਦੇ ਕੋਲ ਕੋਈ ਨਹੀਂ ਹੈ ਉਹਦੀ ਵੀ ਇਹੀ ਕੋਸ਼ਿਸ਼ ਹੁੰਦੀ ਸੀ ਵੀ ਮੈਂ ਕਿਸੇ ਤਰੀਕੇ ਆਪਣੇ ਕੋਲ ਸਲੇਵਸ ਰੱਖ ਲਾਂ। ਸੋ ਆਈਡੀਆ ਉਹੀ ਹੈ ਕਿ ਵੀ ਉਹ ਜਿਹੜੇ 5 ਚੋਰ ਨੇ ਉਹ ਹਰ ਵੇਲੇ ਇਨਸਾਨ ਜਿਹੜਾ ਹੈ ਉਸ ਦੇ ਦਿਮਾਗ ਔਰ ਦਿਲ ਦੇ ਉੱਤੇ ਹਾਵੀ ਹੋਏ ਰਹਿੰਦੇ ਨੇ ਕਿ ਕਿਸ ਤਰ੍ਹਾਂ ਉਹ ਆਪਣੀ ਗਰੀਡ ਔਰ ਆਪਣੀ ਜਿਹੜੀ ਉਸ ਦੀ ਪੋਜੈਸ਼ਨਸ ਨੇ ਉਹਨਾਂ ਨੂੰ ਵਧਾ ਸਕੇ, ਭਾਵੇਂ ਉਹ ਮਟੀਰੀਅਲ ਪੋਜੈਸ਼ਨਸ ਨੇ, ਭਾਵੇਂ ਉਹ ਪੋਜੈਸ਼ਨਸ ਜਿਹੜੇ ਨੇ ਉਹ ਕਿਸੇ ਹੋਰ ਇਨਸਾਨ ਨੂੰ ਆਪਣੇ ਕਬਜ਼ੇ ਦੇ ਵਿੱਚ ਕਰਨ ਵਾਸਤੇ ਨੇ। ਔਰ ਇਸੇ ਦੇ ਵਿੱਚ ਇੱਕ ਹੋਰ ਗੱਲ ਜੋ ਗੁਰਬਾਣੀ ਬਾਰ-ਬਾਰ ਸਾਨੂੰ ਕਹਿੰਦੀ ਹੈ ਉਹ ਹੈ ਕਨਸੈਪਟ 10 ਦੁਆਰਾਂ ਦਾ। ਔਰ ਇਹ ਡਿਫਰੈਂਟ ਥਾਵਾਂ ਦੇ ਉੱਤੇ ਡਿਫਰੈਂਟ ਤਰੀਕਿਆਂ ਦੇ ਨਾਲ ਇਸ ਬਾਰੇ ਵਿਚਾਰ ਹੋਇਆ ਹੈ ਕਿ ਵੀ ਗੁਰਬਾਣੀ ਇਹ ਕਹਿੰਦੀ ਹੈ ਵੀ 9 ਦੁਆਰ ਪ੍ਰਗਟ ਕੀਏ, 10ਵਾਂ ਗੁਪਤ ਰਖਾਇਆ। ਗੁਰੂ ਅਮਰਦਾਸ ਜੀ ਮਹਾਰਾਜ ਜਿਹੜੇ ਨੇ ਉਹ ਆਨੰਦ ਸਾਹਿਬ ਦੀ ਬਾਣੀ ਦੇ ਵਿੱਚ ਸ਼ਬਦ ਜਿਹੜਾ ਹੈ ਉਹ ਆਪਣਾ ਜ਼ਿਕਰ ਕਰਦੇ ਨੇ ਕਿ ਵੀ ਕਿਸ ਤਰ੍ਹਾਂ ਉਸ ਪਰਮਾਤਮਾ ਨੇ 9 ਦੁਆਰ ਜਿਹੜੇ ਨੇ ਉਹ ਪ੍ਰਗਟ ਕੀਤੇ ਹੋਏ ਨੇ, ਪਰ 10ਵਾਂ ਉਸਨੇ ਗੁਪਤ ਰਖਾਇਆ। ਔਰ ਜਦ ਤੱਕ ਇਨਸਾਨ ਇਹਨਾਂ 5 ਚੋਰਾਂ ਦੇ ਵਿੱਚ ਫਸਿਆ ਰਹਿੰਦਾ ਹੈ ਤਦ ਤੱਕ ਉਹ ਜਿਹੜਾ 10ਵਾਂ ਦੁਆਰ ਹੈ ਉਸਦਾ ਨਹੀਂ ਖੁੱਲਦਾ। ਔਰ ਇਸੇ ਕਰਕੇ ਹੁਣ ਇਸ ਦਾ ਜਿਹੜਾ ਕੰਟੈਕਸਟ ਹੈ ਉਹ ਸਾਡੇ ਵਾਸਤੇ ਕਿਉਂ ਇੰਪੋਰਟੈਂਟ ਬਣ ਜਾਂਦਾ ਹੈ ਕਿ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਵੀ ਉਹ ਜਿਹੜਾ 10ਵਾਂ ਦੁਆਰ ਹੈ, ਉਸ 10ਵਾਂ ਦੁਆਰ ਨੂੰ ਖੋਲਣ ਦਾ ਜਿਹੜਾ ਤਰੀਕਾ ਹੈ ਉਹ ਇਹ ਹੈ ਕਿ ਅਗਰ ਇਨਸਾਨ ਇੱਕ ਉੱਚੀ ਔਰ ਸੁੱਚੀ ਜਿਹੜੀ ਜ਼ਿੰਦਗੀ ਹੈ ਉਹ ਬਿਤਾ ਲਵੇ ਔਰ ਉਸ ਦੇ ਵਿੱਚ ਆਪਣੇ 5 ਜਿਹੜੇ ਚੋਰ ਨੇ ਉਹਨਾਂ ਦੇ ਉੱਤੇ ਕੰਟਰੋਲ ਪਾ ਕੇ ਰੱਖੇ, ਤਾਂ ਉਸ ਦਾ ਜਿਹੜਾ 10ਵਾਂ ਦੁਆਰ ਹੈ ਉਹ ਖੁੱਲਦਾ ਹੈ। ਔਰ ਇਸ ਦੇ ਸਾਨੂੰ ਗੁਰਬਾਣੀ ਦੇ ਵਿੱਚ ਕਈ ਪ੍ਰਮਾਣ ਮਿਲਦੇ ਨੇ ਜਿੱਥੇ ਕਿ ਇਸ ਹੁਕਮ ਦੇ ਨਾਲ ਰਿਲੇਟਡ ਸਪੈਸੀਫਿਕਲੀ ਗੱਲ ਜਿਹੜੀ ਹੈ ਉਹ ਕੀਤੀ ਗਈ ਹੈ। ਪਹਿਲੇ ਆਪਾਂ ਗੁਰਬਾਣੀ ਚੋਂ ਉਧਾਰ ਲੈਂਦੇ ਹਾਂ ਔਰ ਉਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਜਿਹੜੀ ਹੈ ਸਾਹਮਣੇ ਆਉਂਦੀ ਉਹ ਆਉਂਦੀ ਹੈ ਜਿਹੜੀ ਕਿ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਵੀ ਜਿਸ ਦੇ ਵਿੱਚ ਉਹ ਕਹਿੰਦੇ ਨੇ ਕਿ ਪਰ ਧਨ ਪਰ ਦਾਰਾ ਪਰ ਹਰੀ। ਆਸਾ ਦੀ ਵਾਰ ਦੇ ਵਿੱਚ ਅਕਸਰ ਅਸੀਂ ਇਹ ਸ਼ਬਦ ਜਿਹੜਾ ਹੈ ਇਹ ਸੁਣਦੇ ਹਾਂ, ਪਰ ਧਨ ਪਰ ਦਾਰਾ ਪਰ ਹਰੀ ਤਾਕੇ ਨਿਕਟ ਬਸੇ ਨਰ ਹਰੀ। ਕਿ ਜਿਹੜਾ ਇਨਸਾਨ ਜਿਹੜਾ ਹੈ ਉਹ ਪਰਾਏ ਧਨ ਨੂੰ ਜਾਂ ਪਰਾਈ ਇਸਤਰੀ ਨੂੰ, ਸਪਾਊਸ ਨੂੰ, ਉਸ ਦੇ ਉੱਤੇ ਉਸਨੂੰ ਕਵੈਟ ਨਹੀਂ ਕਰਦਾ, ਉਸਨੂੰ ਉਸ ਦੇ ਉੱਤੇ ਨਜ਼ਰ ਨਹੀਂ ਰੱਖਦਾ ਔਰ ਬੁਰੀ ਨਜ਼ਰ ਨਾਲ ਨਹੀਂ ਦੇਖਦਾ। ਤਾਕੇ ਨਿਕਟ ਬਸੇ ਨਰ ਹਰੀ, ਪ੍ਰਮਾਤਮਾ ਜਿਹੜਾ ਹੈ ਉਸ ਇਨਸਾਨ ਦੇ ਨਿਕਟ ਜਿਹੜਾ ਹੈ ਉਹ ਵਸਦਾ ਹੈ। ਔਰ ਜਿਸ ਇਨਸਾਨ ਦੇ ਨੇੜੇ ਨਾਮ ਵਸਦਾ ਹੈ, ਜਿਸ ਇਨਸਾਨ ਦੇ ਨੇੜੇ ਪ੍ਰਮਾਤਮਾ ਵਸਦਾ ਹੈ, ਭਗਤ ਜੀ ਕਹਿੰਦੇ ਨੇ ਵੀ ਉਹ ਜਿਹੜਾ ਇਨਸਾਨ ਹੈ ਉਸ ਨੂੰ ਮੋਕਸ਼ ਜਾਂ ਜਿਹੜਾ ਉਸਦਾ 10ਵਾਂ ਦੁਆਰ ਹੈ ਉਸ ਦੀ ਜਿਹੜਾ ਰਸਤਾ ਹੈ ਉਸ ਨੂੰ ਮਿਲਦਾ ਹੈ। ਔਰ ਜਿਸ ਦੇ ਨੇੜੇ ਨਾਰਾਇਣ ਜਿਹੜਾ ਹੈ ਉਹ ਨਹੀਂ ਵਸਦਾ ਜਾਂ ਜਿਹੜਾ ਉਸ ਪਰਮਾਤਮਾ ਨੂੰ ਯਾਦ ਨਹੀਂ ਰੱਖਦਾ, ਭਗਤ ਜੀ ਇੱਥੇ ਤੱਕ ਕਹਿੰਦੇ ਨੇ ਵੀ ਮੈਂ ਉਸ ਦਾ ਮੂੰਹ ਵੀ ਦੇਖਣਾ ਜਿਹੜਾ ਹੈ ਉਹ ਪਸੰਦ ਨਹੀਂ ਕਰਦਾ। ਸੋ ਇਸ ਕਰਕੇ ਇਸ ਹੁਕਮ ਦੇ ਨਾਲ ਰਿਲੇਟਡ ਸਾਨੂੰ ਕਈ ਉਦਾਹਰਨਾਂ ਜਿਹੜੀਆਂ ਨੇ ਉਹ ਗੁਰਬਾਣੀ 'ਚ ਮਿਲਦੀਆਂ ਨੇ। ਗੁਰੂ ਨਾਨਕ ਸਾਹਿਬ ਦੇ ਕਈ ਸ਼ਬਦ ਨੇ ਜਿਨ੍ਹਾਂ ਦਾ ਆਪਾਂ ਵਿਚਾਰ ਕਰਾਂਗੇ। ਇਸੇ ਤਰ੍ਹਾਂ ਸਪੈਸੀਫਿਕਲੀ ਇਸ ਬਾਰੇ ਰਹਿਤਨਾਮਿਆਂ ਦੇ ਵਿੱਚ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਨੇ ਆਪਣੀ ਬਾਣੀ ਵਿੱਚ ਵੀ ਇਸ ਦਾ ਜ਼ਿਕਰ ਕਰਦੇ ਨੇ ਕਿ ਜਿੱਥੇ ਉਹ ਇਹ ਗੱਲ ਕਹਿੰਦੇ ਨੇ ਕਿ ਪਰ ਬੇਟੀ ਕੋ ਬੇਟੀ ਜਾਣੇ। ਗੁਰਸਿੱਖ ਦੀ ਜਿਸ ਵੇਲੇ ਇੱਕ ਡੈਫੀਨੇਸ਼ਨ ਦਿੰਦੇ ਨੇ ਕਿ ਵੀ ਮੇਰਾ ਸਿੱਖ ਜਿਹੜਾ ਹੈ ਉਹ ਕੌਣ ਹੈ,
ਤੇ ਉਸ ਦੇ ਵਿੱਚੋਂ ਇਹ ਗੱਲ ਕਹਿੰਦੇ ਨੇ ਵੀ ਪਰ ਬੇਟੀ ਕੋ ਬੇਟੀ ਜਾਣੇ ਪਰ ਇਸਤਰੀ ਕੋ ਮਾਤ ਬਖਾਨੇ, ਆਪਣੀ ਮਾਂ ਸਮਝਦਾ ਹੈ ਉਸਨੂੰ, ਇੱਕ ਇੰਨਾ ਵੱਡਾ ਦਰਜਾ ਜਿਹੜਾ ਹੈ ਉਹ ਦਿੰਦਾ ਹੈ। ਔਰ ਆਪਣੀ ਇਸਤਰੀ ਸੋ ਰਤ ਹੋਈ ਰਹਿਤਵੰਦ ਸਿੰਘ ਹੈ ਸੋਈ, ਇਹੀ ਉਹ ਇਨਸਾਨ ਹੈ ਜਿਸ ਨੂੰ ਕਿ ਮੈਂ ਇਹ ਮੰਨਦਾ ਹਾਂ, ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਉਹ ਮੇਰੀ ਰਹਿਤ ਜਿਹੜੀ ਹੈ ਉਸ ਦੇ ਵਿੱਚ ਉਹ ਰਹਿ ਰਿਹਾ ਹੈ। ਔਰ ਕਾਮ ਕ੍ਰੋਧ ਜਿਹੜਾ ਹੈ ਉਸ ਦੇ ਵਿੱਚ ਜਾਂ ਲੋਭ ਦੇ ਵਿੱਚ ਉਹ ਆਪਣੇ ਮਨ ਨੂੰ ਨਹੀਂ ਫਸਾਉਂਦਾ। ਇਹ ਵੈਰੀ ਨੇ, ਗੁਰੂ ਸਾਹਿਬ ਨੇ ਇਹਨਾਂ ਨੂੰ ਵੈਰੀ ਕਿਹਾ, ਐਨਮੀਜ਼ ਕਿਹਾ। ਸੋ ਇਹ ਗੁਰੂ ਸਾਹਿਬ ਦੇ ਜਿਹੜਾ ਰਹਿਤਨਾਮਾ ਹੈ ਉਸ ਦੇ ਵਿੱਚ ਗੁਰੂ ਸਾਹਿਬ ਨੇ ਸਪੈਸੀਫਿਕਲੀ ਇਸ ਬਾਰੇ ਲਿਖਿਆ ਹੋਇਆ ਕਿ ਵੀ ਪਰਾਈ ਇਸਤਰੀ ਜਿਹੜੀ ਹੈ ਉਸ ਨੂੰ ਮਾਂ ਬੇਟੀ ਦਾ ਦਰਜਾ ਦੇਣਾ ਹੈ, ਔਰ ਆਪਣੀ ਜਿਹੜੀ ਇਸਤਰੀ ਹੈ ਉਸ ਦੇ ਨਾਲ ਇੱਜ਼ਤਦਾਰ ਤਰੀਕੇ ਦੇ ਨਾਲ ਕਿਸ ਤਰ੍ਹਾਂ ਕੋਹੈਬਿਟ ਕਰਨਾ ਹੈ। ਸੋ ਆਪਾਂ ਅਗਰ ਦੇਖਦੇ ਹਾਂ ਤੇ ਸਿਰਫ ਕੋਹੈਬਿਟੇਸ਼ਨ ਦਾ ਮੈਰਿਜ ਦੇ ਸਾਨੂੰ ਐਗਜ਼ਾਮਪਲਸ ਨਹੀਂ ਮਿਲਦੇ, ਪਰ ਸਾਨੂੰ ਹੋਰ ਵੀ ਸਪੈਸੀਫਿਕ ਐਗਜ਼ਾਮਪਲਸ ਗੁਰਬਾਣੀ ਵਿੱਚ ਔਰ ਦਸਮ ਗ੍ਰੰਥ ਦੇ ਵਿੱਚ ਮਿਲਦੇ ਨੇ, ਵੀ ਜਿੱਥੇ ਗੁਰੂ ਸਾਹਿਬ ਜਿਹੜੇ ਨੇ ਉਹ ਸਾਨੂੰ ਇਹ ਗੱਲ ਇੰਸਟਰਕਟ ਕਰ ਰਹੇ ਨੇ ਕਿ ਵੀ ਭਾਈ ਤੂੰ ਪਰਾਈ ਇਸਤਰੀ ਜਿਹੜੀ ਹੈ ਐਨੀਬਡੀ ਅਦਰ ਦੈਨ ਯੋਰ ਵਾਈਫ, ਉਸਨੂੰ ਇੱਕ ਇੱਜ਼ਤ ਦੇਣੀ ਹੈ, ਉਸਨੂੰ ਇੱਕ ਸਤਿਕਾਰ ਦੇਣਾ ਹੈ। ਔਰ ਇਹੀ ਗੱਲ ਜਿਹੜੀ ਹੈ ਇਸ ਨੂੰ ਫਿਰ ਅੱਗੇ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਖੋਲਦੇ ਨੇ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਇਸ ਗੱਲ ਨੂੰ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਉਹਨਾਂ ਨੂੰ ਅਸੀਂ ਹਮੇਸ਼ਾ ਇੱਕ ਕੁੰਜੀ ਦੀ ਤਰ੍ਹਾਂ ਉਸਨੂੰ ਆਪਾਂ ਰਿਸਪੈਕਟ ਦਿੰਦੇ ਹਾਂ। ਉਸ ਦੇ ਵਿੱਚ ਉਹ ਕਹਿੰਦੇ ਨੇ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ। ਸੋ ਕੋਈ ਵੀ ਜਿਹੜੀ ਪਰਾਈ ਇਸਤਰੀ ਹੈ ਜਾਂ ਕੋਈ ਚੀਜ਼ ਹੈ ਉਸ ਨੂੰ ਇੱਕ ਇੱਜ਼ਤ ਦੇਣਾ, ਇੱਕ ਸਤਿਕਾਰ ਦੇਣਾ ਜਿਹੜਾ ਹੈ, ਉਸ ਨੂੰ ਮਾਵਾਂ ਭੈਣਾਂ ਧੀਆਂ ਦਾ ਰੁਤਬਾ ਦੇਣਾ ਜਿਹੜਾ ਹੈ, ਜਗ੍ਹਾ ਦੇਣੀ ਹੈ, ਉਹ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਉਹ ਇਹ ਗੱਲ ਕਹਿੰਦੇ ਨੇ ਕਿ ਵੀ ਉਸ ਸੂਰ ਉਸ ਗਾਏ ਹੈ ਪਰ ਧਨ ਹਿੰਦੂ ਮੁਸਲਮਾਨ ਨੇ, ਵੀ ਅਗਰ ਕੋਈ ਕਿਸੇ ਪਰਾਏ ਧਨ ਨੂੰ ਜਾਂ ਪਰਾਈ ਇਸਤਰੀ ਨੂੰ ਕਵੈਟ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਗੁਰੂ ਤੇ ਭਾਈ ਗੁਰਦਾਸ ਜੀ ਇਹ ਗੱਲ ਕਹਿ ਰਹੇ ਨੇ ਕਿ ਵੀ ਉਸ ਚੀਜ਼ ਨੂੰ ਕਵੈਟ ਕਰਨਾ, ਮਟੀਰੀਅਲ ਨੂੰ ਜਾਂ ਕਿਸੇ ਦੇ ਸਪਾਊਸ ਨੂੰ, ਉਹ ਜਿਸ ਤਰ੍ਹਾਂ ਇੱਕ ਹਿੰਦੂ ਜਾਂ ਮੁਸਲਮਾਨ ਜਿਹੜਾ ਹੈ ਉਹ ਗਊ ਔਰ ਸੂਰ ਜਿਹੜਾ ਹੈ ਉਸ ਤੋਂ ਭੱਜਦਾ ਹੈ ਜਾਂ ਉਸ ਨੂੰ ਬੁਰਾ ਸਮਝਦਾ ਹੈ ਜਿਹੜਾ ਉਸ ਦਾ ਮਾਸ ਹੈ। ਇਹਨਾਂ ਚੀਜ਼ਾਂ ਨੂੰ ਕਵੈਟ ਕਰਨਾ, ਮਾਵਾਂ ਭੈਣਾਂ ਦਾ ਦਰਜਾ ਨਾ ਦੇਣਾ, ਕਿਸੇ ਦੀ ਪ੍ਰਾਪਰਟੀ ਨੂੰ ਜਾਂ ਕਿਸੇ ਦੀ ਵਾਈਫ ਨੂੰ ਬੁਰੀ ਨਜ਼ਰ ਦੇ ਨਾਲ ਦੇਖਣਾ ਜਿਹੜਾ ਹੈ, ਉਹਨਾਂ ਨੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਹਿੰਦੂ ਜਾਂ ਮੁਸਲਮਾਨ ਜਿਹੜੇ ਨੇ ਉਹ ਸੂਅਰ ਜਾਂ ਗਾਂ ਦਾ ਮਾਸ ਜਿਹੜਾ ਸਮਝਦੇ ਨੇ ਨਾ ਵੀ ਉਹ ਠੀਕ ਨਹੀਂ ਹੈ, ਉਹ ਗਲਤ ਹੈ, ਇਹ ਉਸ ਲੈਵਲ ਦੀ ਉਸ ਨੂੰ ਉਹ ਕਹਿ ਰਹੇ ਨੇ ਕਿ ਵੀ ਇਹ ਗਲਤ ਚੀਜ਼ ਹੈ। ਔਰ ਫਿਰ ਗੁਰੂ ਸਾਹਿਬ ਫਿਰ ਭਾਈ ਗੁਰਦਾਸ ਜੀ ਜਿਹੜੇ ਨੇ ਉਹ ਫਿਰ ਅੱਗੇ ਇਹ ਵੀ ਕਹਿ ਰਹੇ ਨੇ ਕਿ ਵੀ ਗੁਰਮੁਖ ਜਿਹੜਾ ਹੈ, ਗੁਰਮੁਖ ਦੀ ਉਹ ਡੈਫੀਨੇਸ਼ਨ ਦੇ ਰਹੇ ਨੇ ਕਿ ਵੀ ਗੁਰਮੁਖ ਕੌਣ ਹੈ। ਗੁਰਮੁਖ ਸੁਖ ਫਲ ਪਾਈਏ, ਉਸ ਗੁਰਮੁਖ ਉਹ ਹੈ ਜਿਸਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਸੁਖ ਪਾ ਲਿਆ ਹੈ, ਉਸਨੇ ਰਾਜ ਜੋਗ ਜਿਹੜਾ ਹੈ ਉਸਨੂੰ ਉਸਨੇ ਅਟੇਨ ਕਰ ਲਿਆ ਹੈ। ਕਿੱਥੋਂ? ਸਾਧ ਸੰਗਤ ਦੇ ਵਿੱਚ ਆਉਣ ਦੇ ਨਾਲ। ਸੋ ਸੋਲੂਸ਼ਨ ਉਸ ਦਾ ਜਿਹੜਾ ਹੈ ਉਹ ਦੇ ਰਹੇ ਨੇ ਕਿ ਵੀ ਸੰਗਤ ਦੇ ਵਿੱਚ ਆ ਕੇ ਨਾਮ ਦਾ ਜਿਹੜਾ ਹੈਗਾ ਉਹ ਓਟ ਆਸਰਾ ਲੈ ਕੇ ਅਸੀਂ ਆਪਣਾ ਮਨ ਜਿਹੜਾ ਹੈ ਉਸਨੂੰ ਇਹਨਾਂ ਗੱਲਾਂ ਤੋਂ ਭਟਕਣ ਤੋਂ ਰੋਕ ਸਕਦੇ ਹਾਂ। ਔਰ ਇਸੇ ਤਰ੍ਹਾਂ ਸਾਧ ਸੰਗ ਜਿਹੜਾ ਹੈ ਉਸ ਦੀ ਉਹ ਅੱਗੇ ਜਿਹੜੀ ਇੱਕ ਇੰਪੋਰਟੈਂਸ ਹੈ ਉਸ ਨੂੰ ਉਹ ਹੋਰ ਵੀ ਜ਼ਿਆਦਾ ਅੱਗੇ ਉਸ ਨੂੰ ਡਿਸਕ੍ਰਾਈਬ ਕਰਦੇ ਨੇ ਕਿ ਵੀ ਕਿਸ ਤਰ੍ਹਾਂ ਜਿਹੜੇ 9 ਖੰਡ ਨੇ ਉਹਨਾਂ ਦੇ ਵਿੱਚ ਫਿਰ ਉਸ ਦੀ ਜਿਹੜੀ ਹੈ ਉਹ ਇੱਜ਼ਤ ਹੁੰਦੀ ਹੈ, ਔਰ ਜਿਹੜੀਆਂ 9 ਨਿਧੀਆਂ ਨੇ ਉਹ ਉਸ ਦੇ ਹਿੱਸੇ ਦੇ ਵਿੱਚ ਆਉਂਦੀਆਂ ਨੇ। ਹੁਣ ਗੱਲ ਇਹ ਆ ਜਾਂਦੀ ਹੈ ਕਿ ਵੀ ਅਸੀਂ ਇਹ ਤੇ ਕਹਿ ਦਿੱਤਾ ਕਿ ਵੀ ਅਸੀਂ ਗੁਰੂ ਸਾਹਿਬ ਨੇ ਹੁਕਮ ਸਾਨੂੰ ਕੀਤਾ ਹੈ ਕਿ ਵੀ ਮੈਂ ਪਰਾਈ ਪ੍ਰਾਪਰਟੀ ਜਾਂ ਪਰਾਈ ਜਿਹੜੀ ਇਸਤਰੀ ਹੈ ਉਸ ਨੂੰ ਮਾਂ ਭੈਣ ਦਾ ਦਰਜਾ ਦੇਣਾ ਹੈ, ਪਰ ਇਹ ਸਾਨੂੰ ਗੱਲ ਗੁਰੂ ਸਾਹਿਬ ਕਹਿ ਕਿਉਂ ਰਹੇ ਨੇ? Why is this important? ਅਸੀਂ ਇਹ ਤਾਂ ਸਮਝਦੇ ਆ ਕਿ ਵੀ ਇਹ ਇਸ ਕਰਕੇ ਇੰਪੋਰਟੈਂਸ ਹੈ, ਜਿਸ ਤਰ੍ਹਾਂ ਅਸੀਂ ਪਹਿਲੇ ਇਹ ਗੱਲ ਦੇਖੀ ਭਗਤ ਜੀ ਦੀ ਵੀ ਬਾਣੀ ਔਰ ਗੁਰੂ ਸਾਹਿਬ ਦਾ ਰਹਿਤਨਾਮੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ। ਇਹ ਇਸ ਕਰਕੇ ਇੰਪੋਰਟੈਂਟ ਹੈ ਕਿ ਇਸ ਦੇ ਨਾਲ ਇੱਕ ਸੁਸਾਇਟੀ ਜਿਹੜੀ ਹੈ
ਉਸ ਦੇ ਵਿੱਚ ਇੱਕ ਉੱਚਾ ਕਰੈਕਟਰ ਆਉਂਦਾ ਹੈ, ਔਰ ਉਹ ਉੱਚਾ ਕਰੈਕਟਰ ਜਿਹੜਾ ਹੈ ਉਹ ਗੁਰੂ ਸਾਹਿਬ ਨੇ ਆਪਣੇ ਗੁਰਸਿੱਖ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵੇਲੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਮੇਰਾ ਜਿਹੜਾ ਗੁਰਸਿੱਖ ਹੈ ਉਹ ਐਸਾ ਹੈ, ਜਾਂ ਉਹ ਐਸੇ ਘਰ ਦੇ ਵਿੱਚ ਵਸ ਰਿਹਾ ਹੈ, ਉਹ ਇੱਕ ਐਸੀ ਸੁਸਾਇਟੀ ਦੇ ਵਿੱਚ ਵਸ ਰਿਹਾ ਹੈ ਜਿੱਥੇ ਕਿ ਉਹ ਸੋਲ ਬ੍ਰਾਈਡ ਹੈ ਉਸ ਪਰਮਾਤਮਾ ਦਾ, ਔਰ ਉਸ ਘਰ ਦੇ ਵਿੱਚ ਜਿੱਥੇ ਕਿ ਉਹ ਇੱਕ ਉੱਚੇ ਆਚਰਣ ਦੇ ਨਾਲ ਇੱਕ ਸੋਲ ਬ੍ਰਾਈਡ ਬਣ ਕੇ ਉਸ ਪਰਮਾਤਮਾ ਦੀ ਰਹਿ ਰਿਹਾ ਹੈ, ਉਸ ਘਰ ਦੇ ਵਿੱਚ ਹਰ ਵੇਲੇ ਖੁਸ਼ੀਆਂ ਖੇੜੇ ਜਿਹੜੇ ਨੇ ਉਹ ਬਣੇ ਰਹਿੰਦੇ ਨੇ। ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਕਾਇਆ। ਆਨੰਦ ਬਿਨੋਦ ਤਿਤੇ ਘਰ ਸੋਹੇ, ਜੋ ਤਨ ਕੰਤ ਸਿਗਾਰੀ ਜੀਓ। ਇੱਕ ਜਿਹੜੀ ਵਰਚੁਅਸ ਬ੍ਰਾਈਡ ਹੈ, ਹੁਣ ਇੱਥੇ ਬ੍ਰਾਈਡ ਦਾ ਜਿਹੜਾ ਜ਼ਿਕਰ ਹੋ ਰਿਹਾ ਹੈ ਉਹ ਕੰਤ ਜਿਹੜੀ ਹੈ ਉਹ ਸੋਲ ਬ੍ਰਾਈਡ ਹੈ। ਉਹ ਸਾਰੇ ਅਸੀਂ ਹਿਊਮਨ ਬੀਇੰਗਸ ਜਿਹੜੇ ਹਾਂ ਉਹਨਾਂ ਵਾਸਤੇ ਗੁਰੂ ਸਾਹਿਬ ਜ਼ਿਕਰ ਕਰ ਰਹੇ ਨੇ ਕਿ ਵੀ ਉਹ ਸੋਲ ਬ੍ਰਾਈਡ ਜਿਹੜੀ ਹੈ ਉਹ ਬਹੁਤ ਵਰਚੁਅਸ ਹੈ, ਉਸ ਦਾ ਘਰ ਜਿਹੜਾ ਹੈ ਉਸ ਦੇ ਵਿੱਚ ਹਰ ਵੇਲੇ ਮੰਗਲ ਔਰ ਸੁੱਖ ਜਿਹੜੇ ਨੇ ਉਹ ਵਸ ਰਹੇ ਨੇ, ਜਿਹੜੀ ਕਿ ਸਿਰਫ ਉਸ ਪਰਮਾਤਮਾ ਜਿਹੜੀ ਹੈ ਉਸ ਦੇ ਪ੍ਰਤੀ ਇੱਕ ਹਸਬੈਂਡ ਦਾ ਰਿਲੇਸ਼ਨਸ਼ਿਪ ਜਿਹੜਾ ਹੈ ਉਹ ਰੱਖ ਰਿਹਾ। ਸੋ ਗੁਰੂ ਸਾਹਿਬ ਜਿਹੜੇ ਨੇ ਉਹ ਸਿਰਫ ਆਪਾਂ ਹੋਰ ਵੀ ਬਾਣੀ ਦੇ ਵਿੱਚ ਇਸ ਗੱਲ ਨੂੰ ਦੇਖਦੇ ਹਾਂ ਕਿ ਵੀ ਗੁਰੂ ਸਾਹਿਬ ਜੋ ਸਾਨੂੰ ਇਨਸਟਰਕਸ਼ਨਸ ਦਿੰਦੇ ਨੇ ਉਹ ਸਿਰਫ ਸਪਿਰਿਚੁਅਲ ਲੈਵਲ ਦੇ ਉੱਤੇ ਨਹੀਂ ਹੈ, ਪਰ ਉਹ ਜੋ ਸਪਿਰਿਚੁਅਲ ਲੈਵਲ ਦੇ ਉੱਤੇ ਗੱਲਬਾਤ ਹੋ ਰਹੀ ਹੈ ਉਸ ਨੂੰ ਇੱਕ ਰੀਅਲ ਲਾਈਫ ਦੇ ਵਿੱਚ ਟਰਾਂਸਲੇਟ ਕਰਨ ਦੀ ਕੋਸ਼ਿਸ਼ ਵੀ ਉਹ ਸਾਨੂੰ ਨਾਲ ਕਰਦੇ ਰਹਿੰਦੇ ਨੇ। ਔਰ ਇਸ ਕਰਕੇ ਵੀ ਇਸ ਨੂੰ ਸਮਝਣਾ ਜ਼ਰੂਰੀ ਹੈ, ਕਿਉਂਕਿ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਕਿ ਵੀ ਗੁਪਤ ਕਰਤਾ ਸੰਗ ਸੋ ਪ੍ਰਭ ਡਹਿਕਾਵੇ ਮਨੁਖਾਏ। ਕਿ ਤੂੰ ਅਗਰ ਸੀਕ੍ਰੇਟਲੀ ਕੋਈ ਗਲਤ ਕੰਮ ਕਰ ਰਿਹਾ ਹੈ, ਕਿਸੇ ਵੱਲ ਦੇਖ ਰਿਹਾ ਹੈ, ਤੇ ਤੈਨੂੰ ਕੀ ਲੱਗਦਾ ਕਿ ਵੀ ਪਰਮਾਤਮਾ ਤੈਨੂੰ ਦੇਖ ਨਹੀਂ ਰਿਹਾ? ਤੈਨੂੰ ਹਰ ਵੇਲੇ ਉਹ ਪਰਮਾਤਮਾ ਜਿਹੜਾ ਹੈ ਉਹ ਦੇਖ ਰਿਹਾ ਹੈ, ਔਰ ਜਿਸ ਵੇਲੇ ਤੂੰ ਉਸ ਪਰਮਾਤਮਾ ਦੇ ਘਰ ਜਾਣਾ ਹੈ ਉਸ ਵੇਲੇ ਜਿਹੜੇ ਤੂੰ ਇਸ ਕਿਸਮ ਦੇ ਕਰਪਟ ਪਲੇਜ਼ਰਸ ਦੇ ਵਿੱਚ ਇਨਵੋਲਵ ਹੋਏਗਾ, ਸੀਕ੍ਰੇਟਲੀ ਅਗਰ ਕਿਸੇ ਨੂੰ ਕੁਵੈਟ ਕਰੇਗਾ, ਦੇਖੇਗਾ ਜਾਂ ਕੋਈ ਮਾੜੀ ਨਜ਼ਰ ਰੱਖੇਗਾ, ਤੇ ਗੁਰੂ ਸਾਹਿਬ ਤੇ ਇਹ ਇੱਥੇ ਤੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਾਰ ਹਰ ਜਿਉ ਵਿਖੇ ਭੋਗੇ ਤਪਤ ਥੰਮ ਗੱਲ ਲਾਏ। ਵੀ ਤੈਨੂੰ ਉੱਥੇ ਜੋ ਤੇਰੇ ਹਿੱਸੇ ਆਣਾ ਹੈ ਉਹ ਹੈ ਰੈਡ ਹੌਟ ਪਿਲਰਸ, ਜਿਨ੍ਹਾਂ ਦੇ ਨਾਲ ਕਿ ਤੈਨੂੰ ਬੰਨ੍ਹ ਕੇ ਤੇ ਤੇਰੀ ਜਿਹੜੀ ਅਕਾਊਂਟੇਬਿਲਿਟੀ ਹੈ ਉਹ ਹੋਏਗੀ। ਠੀਕ ਹੈ। ਤੇ ਔਰ ਅੱਗੇ ਗੁਰੂ ਸਾਹਿਬ ਜਿਹੜੇ ਨੇ ਉਹ ਇਸੇ ਸ਼ਬਦ ਦੇ ਵਿੱਚ ਇਹ ਵੀ ਕਹਿ ਰਹੇ ਨੇ ਕਿ ਵੀ ਤੂੰ ਇੱਕ ਲਸਟਫੁਲ ਡੋਂਕੀ ਬਣਿਆ ਹੋਇਆ ਹੈ। ਠੀਕ ਹੈ। ਔਰ ਤੇਰਾ ਜਿਹੜਾ ਹਾਰਟ ਹੈ ਉਹ ਫਿਲਥੀ ਹੈ, ਐਂਡ ਤੈਨੂੰ ਇਸ ਗੱਲ ਦਾ ਧਿਆਨ ਰੱਖਣ ਦੀ ਜ਼ਰੂਰਤ ਹੈ ਕਿ ਧਰਮ ਰਾਏ ਜਿਹੜਾ ਹੈ ਉਹ ਇੱਕ ਦਿਨ ਤੈਨੂੰ ਤੇ ਅਕਾਊਂਟੇਬਿਲਿਟੀ ਤੇ ਤੂੰ ਮੰਗੇਗਾ। ਰੇ ਨਰ ਕਾਏ ਪਰ ਗ੍ਰਹਿ ਜਾਏ, ਕੁਚਲ ਕਠੋਰ ਕਾਮ ਗਰਤਬ। ਲਸਟਫੁਲ ਡੋਂਕੀ ਤੂੰ ਬਣਿਆ ਹੋਇਆ, ਤੁਮ ਨਹੀਂ ਸੁਣਿਓ ਧਰਮ ਰਾਏ। ਧਰਮ ਰਾਏ ਜਿਹੜਾ ਹੈ ਉਸਨੇ ਇੱਕ ਦਿਨ ਤੇਰੇ ਕੋਲੋਂ ਹਿਸਾਬ ਮੰਗਣਾ ਹੈ। ਸੋ ਇਹ ਇਨਸਟਰਕਸ਼ਨਸ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਕਿ ਵੀ ਇਨਸਾਨ ਇੱਕ ਉੱਚਾ ਕਰੈਕਟਰ ਰੱਖੇ ਤਾਂ ਕਿ ਇੱਕ ਅੱਛੀ ਸੁਸਾਇਟੀ ਬਣ ਸਕੇ ਔਰ ਇੱਕ ਅੱਛਾ ਉਸਦਾ ਘਰ ਬਣ ਸਕੇ, ਔਰ ਇੱਕ ਐਸਾ ਘਰ ਹੋਵੇ ਜਿੱਥੇ ਕਿ ਹਰ ਵੇਲੇ ਮੰਗਲ ਔਰ ਖੁਸ਼ੀਆਂ ਖੇੜੇ ਹੋਣ, ਜਿੱਥੇ ਕਿ ਉਹ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਔਰ ਉਹ ਇਹਨਾਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਪਾਉਂਦਾ ਹੈ। ਗੁਰੂ ਸਾਹਿਬ ਇੱਥੇ ਤੱਕ ਇਸ ਗੱਲ ਨੂੰ ਕਹਿੰਦੇ ਨੇ ਕਿ ਵੀ ਜਿਸ ਘਰ ਦੇ ਵਿੱਚ, ਜਿਸ ਸੁਸਾਇਟੀ ਦੇ ਵਿੱਚ ਇਸ ਕਿਸਮ ਦੇ ਕਰਪਟ ਪ੍ਰੈਕਟਿਸਿਸ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ, ਗੁਰੂ ਸਾਹਿਬ ਇਹ ਕਹਿੰਦੇ ਨੇ, ਗੁਰੂ ਨਾਨਕ ਦੇਵ ਜੀ ਮਹਾਰਾਜ, ਗਾਛੋ, ਭਾਜੋ ਉਥੋਂ, ਗਾਛੋ ਪੁੱਤਰੀ ਰਾਜ ਕੁਵਾਰ, ਨਾਮ ਭਣੋ ਸੱਚ ਦੋਤ ਸਵਾਰ। ਉਸ ਪਰਮਾਤਮਾ ਦਾ ਨਾਮ ਲਓ, ਆਪਣਾ ਜਿਹੜਾ ਦਿਨ ਹੈ, ਆਪਣਾ ਜਿਹੜਾ ਜੀਵਨ ਹੈ ਉਸਨੂੰ ਸੋਹਣਾ ਬਣਾਓ, ਔਰ ਜਿਹੜੀ ਵੀ ਕੋਈ ਥਾਂ ਦੇ ਉੱਤੇ ਇਸ ਕਿਸਮ ਦਾ ਗਲਤ ਕੰਮ ਹੋ ਰਿਹਾ ਹੈ ਉੱਥੋਂ ਦੂਰ ਭੱਜੋ। ਇਹ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਹੈ ਬੜਾ ਲੰਬਾ ਸ਼ਬਦ ਹੈ, ਔਰ ਹਿਸਟੋਰੀਕਲੀ ਇਹ ਮੰਨਿਆ ਜਾਂਦਾ ਹੈ ਵੀ ਜਿਸ ਵੇਲੇ ਗੁਰੂ ਸਾਹਿਬ ਜਿਹੜੇ ਨੇ, ਗੁਰੂ ਨਾਨਕ ਦੇਵ ਜੀ, ਉਹ ਆਪਣੀਆਂ ਯਾਤਰਾਵਾਂ ਦੇ ਵਿੱਚ ਜਿਸ ਵੇਲੇ ਉਹ ਈਸਟ ਵਾਲੇ ਪਾਸੇ ਗਏ
ਤੇ ਉੱਥੇ ਕਈ ਕਿਸਮ ਦੇ ਉਹਨਾਂ ਨੂੰ ਜਾਦੂ ਟੂਣੇ ਔਰ ਹੋਰ ਇਹੋ ਜਿਹੀਆਂ ਚੀਜ਼ਾਂ ਦਾ ਉਹਨਾਂ ਨੂੰ ਸਾਹਮਣਾ ਜਿਹੜਾ ਸੀ ਉਹ ਕਰਨਾ ਪਿਆ। ਤੇ ਉਸ ਵੇਲੇ ਮੰਨਿਆ ਜਾਂਦਾ ਵੀ ਉਹਨਾਂ ਨੇ ਸ਼ਬਦ ਜਿਹੜਾ ਹੈ, ਉੱਥੇ ਇੱਕ ਜਿਹੜਾ ਰਾਜਾ ਹੈ, ਉਸ ਰਾਜੇ ਨੇ ਕੋਸ਼ਿਸ਼ ਕੀਤੀ ਸੀਗੀ ਵੀ ਗੁਰੂ ਸਾਹਿਬ ਜਿਹੜੇ ਨੇ ਉਹ ਉਸ ਦੀਆਂ ਬੇਟੀਆਂ ਜਿਹੜੀਆਂ ਨੇ ਉਹਨਾਂ ਤੋਂ ਇੰਪ੍ਰੈਸ ਹੋ ਜਾਣ ਔਰ ਉਹਨਾਂ ਵਿੱਚੋਂ ਕਿਸੇ ਦੇ ਨਾਲ ਉਹ ਮੈਰਿਜ ਕਰ ਲੈਣ। ਤੇ ਸੋ ਗੁਰੂ ਸਾਹਿਬ ਨੇ ਉੱਥੇ ਇਹ ਮੰਨਿਆ ਜਾਂਦਾ ਹੈ, ਹੁਣ ਆਈ ਡੋਂਟ ਨੋ ਵਾਟ ਇਜ਼ ਦੀ ਐਗਜ਼ੈਕਟ ਐਕੂਰੇਸੀ ਆਫ ਦਿਸ ਸ਼ਬਦ, ਆਪਾਂ ਵਿਚਾਰ ਕਰ ਸਕਦੇ ਹਾਂ ਬਾਅਦ 'ਚ, ਪਰ ਗੁਰੂ ਸਾਹਿਬ ਨੇ ਮੰਨਿਆ ਜਾਂਦਾ ਵੀ ਉਸ ਵੇਲੇ ਸ਼ਬਦ ਜਿਹੜਾ ਹੈ ਉਹ ਉਚਾਰਿਆ ਸੀਗਾ ਕਿ ਵੀ ਗਾਛੋ ਪੁੱਤਰੀ ਰਾਜਕੁਮਾਰ, ਇੱਥੋਂ ਤੁਸੀਂ ਭਾਜੋ, ਵੀ ਤੁਹਾਡਾ ਜਿਹੜਾ ਫਾਦਰ ਹੈ ਉਹ ਤੁਹਾਨੂੰ ਇੱਕ ਬੜੇ ਹੀ ਅਜੀਬ ਤਰੀਕੇ ਦੇ ਨਾਲ ਪੇਸ਼ ਕਰ ਰਿਹਾ ਹੈ। ਤੇ ਸੋ ਇਹ ਸਿਰਫ ਉੱਥੇ ਵਾਸਤੇ ਉਸ ਸਿਚੁਏਸ਼ਨ ਲਈ ਰੈਲੇਵੈਂਟ ਨਹੀਂ ਹੈ, ਇੱਕ ਜਨਰਲੀ ਰੈਲੇਵੈਂਟ ਡਿਸਕਸ਼ਨ ਹੈ ਕਿ ਵੀ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਕੋਈ ਵੀ ਐਸੀ ਸੁਸਾਇਟੀ, ਕੋਈ ਵੀ ਐਸਾ ਘਰ, ਕੋਈ ਵੀ ਐਸੀ ਸੰਗਤ ਜਿਸ ਦੇ ਵਿੱਚ ਕਿ ਗਲਤ ਕਿਸਮ ਦੀਆਂ ਪ੍ਰੈਕਟਿਸਿਸ ਜਿਹੜੀਆਂ ਨੇ ਹੋ ਰਹੀਆਂ ਨੇ, ਪਰਾਈਆਂ ਇਸਤਰੀਆਂ ਨੂੰ ਮਾਂ ਭੈਣ ਦਾ ਦਰਜਾ ਜਿਹੜਾ ਹੈ ਉਹ ਨਹੀਂ ਦਿੱਤਾ ਜਾ ਰਿਹਾ, ਗੁਰੂ ਸਾਹਿਬ ਇਹ ਕਹਿ ਰਹੇ ਨੇ ਕਿ ਉਸ ਸੁਸਾਇਟੀ ਤੋਂ, ਉਸ ਸੰਗਤ ਤੋਂ ਦੂਰ ਰਹੋ, ਉਸ ਸੰਗਤ ਤੋਂ ਭੱਜ ਜਾਓ। ਬਹੁਤ ਲੰਬਾ ਇਹ ਸ਼ਬਦ ਹੈ ਗੁਰੂ ਸਾਹਿਬ ਦਾ ਬਸੰਤ ਰਾਗ ਦੇ ਵਿੱਚ। ਔਰ ਜਿਹੜੀਆਂ ਵੀ ਕੋਈ ਡਿਜ਼ਾਇਰਸ ਜਿਹੜੀਆਂ ਨੇ ਆਊਟਸਾਈਡ ਆਫ ਆਨੰਦ ਕਾਰਜ, ਆਪਾਂ ਪਹਿਲੇ ਵੀ ਇਸ ਗੱਲ ਦਾ ਵਿਚਾਰ ਕੀਤਾ ਸੀਗਾ ਵੀ ਆਨੰਦ ਕਾਰਜ ਦਾ ਜਿਹੜਾ ਇੱਕ ਪ੍ਰੋਸੈਸ ਹੈ, ਇੱਕ ਕਮਿਟਮੈਂਟ ਹੈ, ਕੋਈ ਵੀ ਜਿਹੜੀਆਂ ਡਿਜ਼ਾਇਰਸ ਨੇ, ਕੋਈ ਵੀ ਜਿਹੜੀਆਂ ਐਕਟੀਵਿਟੀਜ਼ ਆਊਟਸਾਈਡ ਆਫ ਦੈਟ ਮੈਰਿਜ ਨੇ, ਗੁਰੂ ਅਮਰਦਾਸ ਜੀ ਮਹਾਰਾਜ ਉਸ ਡਿਜ਼ਾਇਰ ਵਾਸਤੇ ਜਾਂ ਉਸ ਐਕਟੀਵਿਟੀ ਵਾਸਤੇ ਕਹਿੰਦੇ ਨੇ, ਸੁਣ ਸੁਣ ਕਾਮ ਗਹੇਲੀਏ ਕਿਆ ਚੱਲੇ ਬਾਹ ਲੁਡਾਏ, ਆਪਣਾ ਪਿਰ ਨਾ ਪਛਾਣੇ ਹੀ ਕਿਆ ਮੂੰਹ ਦਿਸ ਜਾਏ। ਜੇ ਤੂੰ outside of your marriage and outside of your commitment to your spouse and the guru ਇੱਕ ਲਾਈਫ ਲੀਡ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਤੂੰ ਆਪਣੇ ਪਰਮਾਤਮਾ ਨੂੰ ਦੇ ਪ੍ਰਤੀ ਆਪਣੀ ਜਿਹੜੀ ਕਮਿਟਮੈਂਟ ਹੈ ਉਸ ਦੇ ਉੱਤੇ ਦ੍ਰਿੜ ਨਹੀਂ ਰਹਿੰਦਾ, ਤੂੰ ਆਪਣੇ ਪਰਮਾਤਮਾ ਨੂੰ ਐਜ਼ ਯੋਰ ਹਸਬੈਂਡ ਨਹੀਂ ਮੰਨਦਾ, ਤੇ ਫਿਰ ਕੱਲ ਨੂੰ ਜਦ ਤੂੰ ਉਹਨੂੰ ਫੇਸ ਕਰੇਗਾ ਤੇ ਫਿਰ ਤੂੰ ਉਹਨੂੰ ਕੀ ਮੂੰਹ ਦਿਖਾਏਗਾ। ਤੇ ਨਾਲ ਹੀ ਉਹ ਕਹਿੰਦੇ ਨੇ ਵੀ ਜਿਨੀ ਸਖੀ ਕੰਤ ਪਛਾਣਿਆ, ਜਿਨ੍ਹਾਂ ਨੇ ਆਪਣਾ ਉਸ ਪਰਮਾਤਮਾ ਨੂੰ ਪਛਾਣਿਆ ਹੈ, ਆਪਣੀ ਉਸ ਕਮਿਟਮੈਂਟ ਨੂੰ ਰੈਕਗਨਾਈਜ਼ ਕੀਤਾ ਹੈ, ਤਿੰਨ ਹੀ ਜੈਸੀ ਥੀ ਰਹਾ ਸਤ ਸੰਗਤ ਮੇਲ ਮਿਲਾਏ। ਉਹਨਾਂ ਦੇ ਪ੍ਰਤੀ ਇੱਕ ਗੁਰੂ ਸਾਹਿਬ ਨੇ ਇਹ ਗੱਲ ਕਹੀ ਹੈ ਵੀ ਇਹੋ ਜਿਹੇ ਜਿਹੜੇ ਬੰਦੇ ਨੇ, ਉਹਨਾਂ ਦੀ ਜਿਹੜੀ ਕੰਪਨੀ ਹੈ, ਉਹਨਾਂ ਦੀ ਜਿਹੜੀ ਸਤ ਸੰਗਤ ਹੈ, ਉਸ ਨੂੰ ਜੁਆਇਨ ਕਰੋ ਔਰ ਉਸ ਸੰਗਤ ਦੇ ਵਿੱਚ, ਉਸ ਕੌਂਗਰੀਗੇਸ਼ਨ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਸਤ ਸੰਗਤ ਕਰਕੇ ਤੁਸੀਂ ਉਸ ਪਰਮਾਤਮਾ ਦੇ ਨਾਲ ਜੁੜ ਸਕਦੇ ਹੋ। ਸੋ ਇਹ ਬੜੀ ਇੱਕ ਇੰਪੋਰਟੈਂਟ ਚੀਜ਼ ਹੈ ਸਾਡੇ ਵਾਸਤੇ ਸਮਝਣੀ, ਔਰ ਇਹ ਇਸ ਕਰਕੇ ਵੀ ਜ਼ਰੂਰੀ ਹੈ ਕਿ ਅਕਸਰ ਤੁਸੀਂ ਇਸ ਬਾਰੇ ਆਪਾਂ ਵਿਚਾਰ ਵੀ ਕਰਦੇ ਹਾਂ, ਸੁਣਿਆ ਵੀ ਹੈ ਕਿ ਆਪਣਾ ਜਿਸ ਵੇਲੇ ਆਪਾਂ ਅਰਦਾਸ ਕਰਦੇ ਹਾਂ ਤੇ ਅਰਦਾਸ ਦੇ ਵਿੱਚ ਆਪਾਂ ਹਰ ਵਾਰੀ ਗੁਰੂ ਗੋਬਿੰਦ ਸਿੰਘ ਜੀ ਦਾ ਚੰਡੀ ਦੀ ਵਾਰ ਦੇ ਵਿੱਚੋਂ ਜਿਹੜਾ ਸ਼ਬਦ ਹੈ ਉਹ ਪੜ੍ਹਦੇ ਹਾਂ ਕਿ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਏ। ਨੌ ਨਿਧੀਆਂ ਜਿਹੜੀਆਂ ਨੇ ਔਰ ਜਿਹੜੇ ਵਰਲਡਲੀ ਟ੍ਰੈਜਰਸ ਨੇ ਔਰ ਜਿਹੜੇ ਸਪਿਰਿਚੁਅਲ ਟ੍ਰੈਜਰਸ ਨੇ, ਉਹ ਇਹ ਮੰਨਿਆ ਜਾਂਦਾ ਹੈ ਕਿ ਵੀ ਇਹ ਕੁਝ ਨੌ ਐਸੀਆਂ ਚੀਜ਼ਾਂ ਨੇ ਇਨ ਦ ਸਪਿਰਿਚੁਅਲ ਵਰਲਡ ਜਿਨ੍ਹਾਂ ਨੂੰ ਕਿ ਲੋਕਾਂ ਨੇ ਯੋਗ ਦੇ ਨਾਲ ਔਰ ਹੋਰ ਕਈ ਕਿਸਮ ਦੀਆਂ ਸਾਧਨਾਵਾਂ ਦੇ ਨਾਲ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਔਰ ਗੁਰੂ ਸਾਹਿਬ ਇਹ ਕਹਿੰਦੇ ਕਿ ਜਿਸ ਵੇਲੇ ਕੋਈ ਇਨਸਾਨ ਜਿਹੜਾ ਹੈ ਉਹ ਆਪਣੇ ਜਿਹੜੇ ਪੰਜ ਚੋਰ ਨੇ ਉਹਨਾਂ ਦੇ ਉੱਤੇ ਕਾਬੂ ਰੱਖਦਾ ਹੈ, ਤੇ ਆਪਾਂ ਜਿਸ ਤਰ੍ਹਾਂ ਪਹਿਲੇ ਜ਼ਿਕਰ ਕੀਤਾ ਹੁਣੇ ਕਿ ਪੰਜ ਚੋਰਾਂ ਦੇ ਉੱਤੇ ਕਾਬੂ ਰੱਖਣ ਦੇ ਨਾਲ, ਉਹਨਾਂ ਨੂੰ ਕੰਟਰੋਲ ਦੇ ਵਿੱਚ ਕਰਨ ਦੇ ਨਾਲ ਸਿਰਫ 10ਵਾਂ ਦੁਆਰ ਹੀ ਨਹੀਂ ਖੁੱਲਦਾ, ਜਿਹੜੇ ਇਹ 9 ਸਪਿਰਿਚੁਅਲ ਔਰ ਵਰਲਡਲੀ ਟ੍ਰੈਜਰਸ ਨੇ, ਇਹ 9 ਸਪਿਰਿਚੁਅਲ ਔਰ ਵਰਲਡਲੀ ਟ੍ਰੈਜਰਸ ਵੀ ਜਿਹੜੇ ਨੇ ਇਹ ਉਸ ਦੇ ਝੋਲੀ ਦੇ ਵਿੱਚ ਪੈਂਦੇ ਨੇ, ਜਿਨ੍ਹਾਂ ਦਾ ਕਿ ਮਾਲਕ ਜਿਹੜਾ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਨੇ। ਔਰ ਇਸੇ ਕਰਕੇ ਇਹ ਗੱਲ ਕਹੀ ਜਾਂਦੀ ਹੈ ਵੀ ਜੇ ਉਹਨਾਂ ਵਾਂਗ ਕੋਈ ਡਿਸਪਲਿਨਡ ਲਾਈਫ ਜਿਹੜੀ ਹੈ ਉਹ ਬਿਤਾਉਂਦਾ ਹੈ, ਉਹਨਾਂ ਨੂੰ, ਉਹਨਾਂ ਦੀ ਕਮਿਟਮੈਂਟ ਨੂੰ, ਉਹਨਾਂ ਦੀ ਜਿਹੜੀ ਇੱਕ ਪਵਿੱਤਰਤਾ ਹੈ ਉਸ ਨੂੰ ਹਮੇਸ਼ਾ ਆਪਣੇ ਮਨ ਦੇ ਵਿੱਚ ਯਾਦ ਰੱਖਦਾ ਹੈ। ਜਿਸ ਵੇਲੇ ਆਪਾਂ ਕਹਿੰਦੇ ਹਾਂ ਤੇਗ ਬਹਾਦਰ ਸਿਮਰਿਏ, ਪਰ ਮਤਲਬ ਸਿਰਫ ਇਹੀ ਹੈ
ਕਿ ਵੀ ਆਪਾਂ ਉਹਨਾਂ ਦੀ ਕਮਿਟਮੈਂਟ ਔਰ ਚੇਸਟਿਟੀ ਜਿਹੜੀ ਹੈ ਉਸ ਨੂੰ ਆਪਣੇ ਮਨ ਦੇ ਵਿੱਚ ਹਮੇਸ਼ਾ ਯਾਦ ਰੱਖੀਏ, ਤੇ ਫਿਰ ਉਹ ਬੰਦਾ ਜਿਹੜਾ ਹੈ ਉਸ ਦੇ ਹਿੱਸੇ 9 ਜਿਹੜੇ ਸਪਿਰਿਚੁਅਲ ਔਰ ਵਰਲਡਲੀ ਟ੍ਰੈਜਰਸ ਨੇ ਉਹ ਆਉਂਦੇ ਨੇ, ਔਰ ਉਹ ਜਿਹੜੇ 5 ਚੋਰ ਨੇ ਉਹਨਾਂ ਦੇ ਉੱਤੇ ਉਹ ਕਾਬੂ ਪਾ ਸਕਦਾ ਹੈ, ਇੱਕ ਹਾਈ ਕਰੈਕਟਰ ਜਿਹੜਾ ਹੈ ਉਹ ਮੇਨਟੇਨ ਕਰ ਸਕਦਾ ਹੈ, ਐਂਡ ਅਲਟੀਮੇਟਲੀ ਜਿਸ ਤਰ੍ਹਾਂ ਆਪਾਂ ਨੇ ਵਿਚਾਰ ਕੀਤਾ ਵੀ 10ਮ ਦੁਆਰ ਜਿਹੜਾ ਹੈ ਉਸਦਾ, ਉਸ ਨੂੰ ਵੀ ਉਹ ਖੋਲਣ ਦੇ ਵਿੱਚ ਸਕਸੈਸਫੁਲ ਹੋ ਜਾਂਦਾ। ਉਹਨੂੰ ਖੋਲਣ ਦਾ ਮਤਲਬ ਇਹ ਹੈ ਕਿ ਵੀ ਬੇਸਿਕਲੀ ਯੂ ਆਰ ਏਬਲ ਟੂ ਕ੍ਰੀਏਟ ਅ ਕਨੈਕਸ਼ਨ ਵਿਦ ਦ ਕ੍ਰੀਏਟਰ, ਬੀ ਵਨ ਵਿਦ ਵਾਹਿਗੁਰੂ। ਔਰ ਸੋ ਇਹ ਜਿਹੜਾ ਇੱਕ ਹਾਈ ਕਰੈਕਟਰ ਜਿਹੜਾ ਹੈ ਸੁਸਾਇਟੀ ਦੇ ਵਿੱਚ ਮੇਨਟੇਨ ਕਰਨਾ, ਇਹ ਇਸ ਕਰਕੇ ਜ਼ਰੂਰੀ ਹੈ ਕਿ ਵੀ ਗੁਰਬਾਣੀ ਜਿਹੜੀ ਹੈ ਸਾਨੂੰ ਇਹ ਗਾਈਡੈਂਸ ਦਿੰਦੀ ਹੈ ਕਿ ਜਿਸ ਸੁਸਾਇਟੀ ਦੇ ਵਿੱਚ ਇਹ ਜਿਹੜੇ 5 ਚੋਰ ਨੇ ਇਹਨਾਂ ਦੇ ਉੱਤੇ ਇਨਸਾਨ ਨੂੰ ਕੰਟਰੋਲ ਨਹੀਂ ਹੈ, ਜਿਸ ਸੁਸਾਇਟੀ ਦੇ ਵਿੱਚ ਪਰਾਈਆਂ ਇਸਤਰੀਆਂ ਨੂੰ ਮਾਂ ਭੈਣ ਔਰ ਧੀ ਦਾ ਦਰਜਾ ਨਹੀਂ ਦਿੱਤਾ ਜਾ ਰਿਹਾ, ਜਿਸ ਸੁਸਾਇਟੀ ਦੇ ਵਿੱਚ ਹੋਰਨਾਂ ਦੇ ਜਿਹੜੇ ਮਟੀਰੀਅਲ ਪ੍ਰੋਪਰਟੀਜ਼ ਹੈਗੀਆਂ ਨੇ ਉਹਨਾਂ ਦੇ ਉੱਤੇ ਕੋਈ ਗਲਤ ਨਜ਼ਰ ਰੱਖਦਾ ਹੈ ਵੀ ਮੈਂ ਕਿਸੇ ਤਰੀਕੇ ਇਹਨਾਂ ਚੀਜ਼ਾਂ ਨੂੰ ਕਾਬੂ ਕਰ ਸਕਾਂ, ਉਹ ਜਿਹੜੀ ਸੁਸਾਇਟੀ ਹੈ ਉਸ ਦੇ ਵਿੱਚ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਜੇ ਉਸ ਦਾ ਜਿਹੜਾ ਮੋਰਲ ਫਾਈਬਰ ਹੈ, ਉਸ ਦਾ ਜਿਹੜਾ ਕਰੈਕਟਰ ਹੈ ਉਹ ਬ੍ਰੇਕ ਕਰ ਜਾਂਦਾ ਹੈ, ਔਰ ਉਸ ਸੁਸਾਇਟੀ ਦੇ ਵਿੱਚ ਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਿਆਰ, ਸੀਲ ਸੰਜਮ ਸੱਚ ਪੰਨੀ, ਖਾਣਾ ਖਾਜ ਕਹਾਜ। ਔਰ ਉਹ ਜਿਹੜੀ ਸੁਸਾਇਟੀ ਹੈ ਉਸ ਦਾ ਜਿਹੜਾ ਫੈਬਰਿਕ ਹੈ ਉਹ ਹੌਲੀ ਹੌਲੀ ਬ੍ਰੇਕ ਕਰਨਾ ਸ਼ੁਰੂ ਕਰ ਜਾਂਦਾ ਹੈ, ਐਂਡ ਓਵਰ ਅ ਪੀਰੀਅਡ ਆਫ ਟਾਈਮ ਉਹ ਜਿਹੜਾ ਇੱਕ ਕਲਯੁਗੀ ਸੁਸਾਇਟੀ ਬਣ ਜਾਂਦੀ ਹੈ, ਉਸ ਦੇ ਵਿੱਚ ਗੁਰੂ ਸਾਹਿਬ ਕਹਿੰਦੇ ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਉਸ ਸੁਸਾਇਟੀ ਦੇ ਵਿੱਚ ਫਿਰ ਅੱਗੇ ਆਉਣ ਵਾਲੀਆਂ ਵੀ ਜਨਰੇਸ਼ਨਸ ਜਿਹੜੀਆਂ ਪੈਦਾ ਹੁੰਦੀਆਂ ਨੇ, ਪੁੱਤ ਜਨੇਰੂ ਧੀ ਜਨੇਰੂ ਜੋਰੂ ਜਿਨ੍ਹਾਂ ਦੇ ਸਿਕਦਾਰ, ਜਿਸ ਤਰ੍ਹਾਂ ਕੋਈ ਭੂਤ ਪ੍ਰੇਤ ਹੁੰਦੇ ਨੇ ਉਸ ਕਿਸਮ ਦੀ ਫਿਰ ਸੁਸਾਇਟੀ ਜਿਹੜੀ ਉਹ ਬਣ ਜਾਂਦੀ ਹੈ, ਉਸ ਦੇ ਵਿੱਚ ਕੋਈ ਡਿਸਪਲਿਨ ਜਾਂ ਉਸ ਦੇ ਵਿੱਚ ਕੋਈ ਕਮਿਟਮੈਂਟ ਟੁਵਰਡਸ ਦ ਕ੍ਰੀਏਟਰ ਐਂਡ ਕਮਿਟਮੈਂਟ ਟੁਵਰਡਸ ਈਚ ਅਦਰ ਨਹੀਂ ਰਹਿ ਜਾਂਦੀ। ਔਰ ਇਸ ਦਾ ਸੋਲੂਸ਼ਨ ਜਿਹੜਾ ਹੈ ਆਪਾਂ ਹਰ ਰੋਜ਼ ਪਾਠ ਕਰਦੇ ਹਾਂ, ਗੁਰੂ ਸਾਹਿਬ ਕਹਿੰਦੇ ਵੀ ਆਪਣੇ ਆਪ ਨੂੰ ਨਾਮ ਦੇ ਨਾਲ ਜੋੜ ਕੇ ਰੱਖੋ, ਗੁਰਸਿੱਖਾਂ ਦੀ ਜਿਹੜੀ ਸੰਗਤ ਹੈ ਉਸ ਨੂੰ ਕਰੋ, ਤਾਂ ਕਿ ਜਿਹੜਾ ਕਾਮ ਕ੍ਰੋਧ ਹੈ, ਕਾਮ ਕ੍ਰੋਧ ਨਗਰ ਬਹੁ ਭਰਿਆ, ਉਹ ਜਿਹੜਾ ਸਰੀਰ ਹੈ ਤੁਸੀਂ ਉਸ ਨੂੰ ਸਰੀਰ ਤੋਂ ਲੈ ਲਓ ਜਿਹੜਾ ਨਗਰ ਹੈ, ਜਾਂ ਉਸ ਨੂੰ ਸੁਸਾਇਟੀ ਤੋਂ ਲੈ ਲਓ, ਉਹ ਸੁਸਾਇਟੀ ਜਿਹੜੀ ਹੈ 5 ਵਿਕਾਰਾਂ ਦੇ ਨਾਲ ਭਰੀ ਪਈ ਹੈ, ਲੇਕਿਨ ਸਾਧੂ ਜਿਹੜੇ ਨੇ, ਗੁੱਡ ਸੁਸਾਇਟੀ ਜਿਹੜੀ ਹੈ, ਗੁਰਸਿੱਖ ਜਿਹੜੇ ਨੇ ਉਹਨਾਂ ਦੇ ਨਾਲ ਮਿਲ ਕੇ ਉਸ ਚੀਜ਼ ਨੂੰ ਅਸੀਂ ਇੰਪਰੂਵ ਕਰ ਸਕਦੇ ਹਾਂ, ਆਪਣੀ ਲਾਈਫ ਨੂੰ ਉਸ ਸੁਸਾਇਟੀ ਨੂੰ ਇੰਪਰੂਵ ਕਰ ਸਕਦੇ ਹਾਂ। ਔਰ ਜਿਹੜੀ ਇੱਕ ਡੈਕੇਡੈਂਟ ਸੁਸਾਇਟੀ ਹੈ ਉਸ ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਤੱਕ ਇਹ ਗੱਲ ਕਹੀ ਹੈ, ਔਰ ਮੈਂ ਇਸ ਨੂੰ ਹੋਰ ਵੀ ਇਸ ਦੀ ਐਕਸਟੈਂਸ਼ਨ ਕਰਾਂਗਾ। ਗੁਰੂ ਸਾਹਿਬ ਨੇ ਤੇ ਇਹ ਗੱਲ ਕਹੀ ਸੀ ਕਿ ਹਿੰਦੂ ਮੂਲੇ ਭੂਲੇ ਅਖੌਟੀ ਚਾਹੇ, ਕਿ ਹਿੰਦੂ ਨੇ ਜਾਂ ਮੁਸਲਮਾਨ ਨੇ ਉਹ ਆਪਣਾ ਰਸਤਾ ਜਿਹੜਾ ਹੈ ਉਹ ਭੁੱਲ ਚੁੱਕੇ ਨੇ, ਔਰ ਉਹਨਾਂ ਨੂੰ ਨਾਰਦ ਕਹੀਏ ਸੇ ਪੁੰਜ ਕਰਾਹੀ ਅੰਧੇ ਗੂੰਗੇ ਅੰਧ ਅੰਧਾਰ, ਇੱਕ ਬਲਾਈਂਡ ਸੁਸਾਇਟੀ ਬਣ ਗਈ ਹੈ, ਜਿਸ ਦੇ ਵਿੱਚ ਕਿ ਜੇ ਨਾਰਦ ਨੇ ਉਹਨਾਂ ਨੂੰ ਇਨਸਟਰਕਸ਼ਨਸ ਦਿੱਤੀਆਂ ਨੇ ਕਿ ਤੁਸੀਂ ਆਈਡਲ ਵਰਸ਼ਿਪ ਕਰੋ, ਤੇ ਉਹ ਆਈਡਲ ਵਰਸ਼ਿਪ ਕਰੀ ਜਾ ਰਹੇ ਨੇ। ਜਿਸ ਪ੍ਰਮਾਤਮਾ ਦਾ ਰੂਪ ਉਹਨਾਂ ਨੇ ਉਸ ਆਈਡਲ ਦੇ ਵਿੱਚ ਬਣਾਇਆ ਹੈ, ਉਸ ਪ੍ਰਮਾਤਮਾ ਨੂੰ ਚੇਤੇ ਨਹੀਂ ਕਰ ਰਹੇ। ਪਰ ਉਸ ਸੁਸਾਇਟੀ ਦੇ ਵਿੱਚ ਅਸੀਂ ਇਹ ਵੀ ਦੇਖਿਆ ਕਿ ਲੋਕੀ ਜਿਹੜੇ ਨੇ ਉਹ ਮੂਰਤੀਆਂ ਨੂੰ ਵੀ ਚੋਰੀ ਕਰ ਲੈਂਦੇ ਨੇ। ਉਹਨਾਂ ਨੂੰ ਲੱਗਦਾ ਵੀ ਸ਼ਾਇਦ ਮੈਂ ਇਹ ਜਿਹੜੀਆਂ ਮੂਰਤੀਆਂ ਨੇ ਇਹਨਾਂ ਨੂੰ ਅਗਰ ਚੋਰੀ ਕਰਕੇ ਆਪਣੇ ਘਰ 'ਚ ਲੈ ਜਾਵਾਂਗਾ ਤੇ ਮੈਂ ਸ਼ਾਇਦ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਰੱਬ ਨੂੰ ਲੈ ਜਾਵਾਂਗਾ, ਜਾਂ ਰੱਬ ਮੇਰੇ ਤੇ ਖੁਸ਼ ਹੋ ਜਾਏਗਾ। ਠੀਕ ਹੈ, ਉਹ ਸੁਸਾਇਟੀ ਦੀ ਇੱਕ ਡੈਕੇਡੈਂਸ ਜਿਹੜੀ ਹੈ ਉਸ ਨੂੰ ਤੁਸੀਂ ਦੇਖੋ ਕਿ ਉਹ ਕਿਸ ਹੱਦ ਤੱਕ ਚਲੀ ਗਈ ਹੈ। ਨਾ ਸਿਰਫ ਅਸੀਂ ਦੂਸਰੇ ਦੀ ਪ੍ਰਾਪਰਟੀ ਨੂੰ ਜਾਂ ਕੋਈ ਪਰਾਈਆਂ ਇਸਤਰੀਆਂ ਨੂੰ, ਸਪਾਊਸਸ ਨੂੰ ਬੁਰੀ ਨਜ਼ਰ ਨਾਲ ਦੇਖ ਰਹੇ ਹਾਂ, ਸੁਸਾਇਟੀ ਦੀ ਡੈਕੇਡੈਂਸ ਉਸ ਲੈਵਲ ਤੱਕ ਚਲੀ ਗਈ ਹੈ ਕਿ ਜਿਹੜੀ ਮੂਰਤੀਆਂ ਪਈਆਂ ਨੇ ਜਾਂ ਮੂਰਤੀਆਂ ਦੇ ਉੱਤੇ ਮੁਖਟ ਪਏ ਨੇ, ਅਕਸਰ ਤੁਸੀਂ ਸੁਣਦੇ ਹੋਗੇ ਕਿ ਜੀ ਮੰਦਿਰਾਂ ਦੇ ਵਿੱਚ ਚੋਰੀਆਂ ਹੋ ਗਈਆਂ, ਉੱਥੋਂ ਸੋਨੇ ਦੀਆਂ ਚੀਜ਼ਾਂ ਕੋਈ ਚੋਰੀ ਕਰਕੇ ਲੈ ਗਿਆ। ਇਹ ਇੱਕ ਰਿਫਲੈਕਸ਼ਨ ਹੈ ਆਫ ਦ ਡੈਕੇਡੈਂਸ ਆਫ ਸੁਸਾਇਟੀ। ਔਰ ਗੁਰੂ ਸਾਹਿਬ ਇਹ ਕਹਿੰਦੇ ਨੇ ਵੀ ਇਹ ਜਿਹੜੀ ਇੱਕ ਡੈਕੇਡੈਂਸ ਹੈ, ਇਹ ਜਿਹੜੀ ਕੁਵੈਟ ਕਰਨ ਦੀ ਡਿਜ਼ਾਇਰ ਹੈ ਦੂਸਰੇ ਦੀ ਪ੍ਰਾਪਰਟੀ ਨੂੰ ਜਾਂ ਬੁਰੀ ਨਜ਼ਰ ਦੇ ਨਾਲ ਕਿਸੇ ਪਰਾਈ ਇਸਤਰੀ ਨੂੰ ਦੇਖਣ ਦੀ, ਇਸ ਨੂੰ ਗੁਰੂ ਸਾਹਿਬ ਇਹ ਗੱਲ ਕਹਿੰਦੇ ਨੇ ਵੀ ਕਾਮ ਕ੍ਰੋਧ ਕਾਇਆ ਕੋ ਗਾੜੇ। ਹੌਲੀ ਹੌਲੀ ਓਵਰ ਅ ਪੀਰੀਅਡ ਆਫ ਟਾਈਮ ਇਹ ਜਿਹੜੀ ਇਨਸਾਨ ਦੀ ਬੋਡੀ ਹੈ ਉਸ ਨੂੰ ਵੇਸਟ ਕਰ ਦਿੰਦੀ ਹੈ, ਉਹ ਗਲ ਜਾਂਦੀ ਹੈ। ਔਰ ਇਸ ਤਰ੍ਹਾਂ ਗਲਦੀ ਹੈ ਜਿਸ ਤਰ੍ਹਾਂ ਉਹ ਕਹਿੰਦੇ ਵੀ ਇੱਕ ਜਿਹੜਾ ਸੁਨਿਆਰ ਹੈ ਉਹ ਬੋਰੈਕਸ ਜਿਹੜਾ ਹੁੰਦਾ ਹੈ
ਉਸ ਦੇ ਵਿੱਚ ਸੋਨੇ ਨੂੰ ਪਾ ਕੇ ਤੇ ਉਸ ਨੂੰ ਡਿਸੋਲਵ ਕਰ ਲੈਂਦਾ ਤਾਂ ਕਿ ਉਸ ਨੂੰ ਇੱਕ ਉਹ ਨਵੀਂ ਸ਼ੇਪ ਦੇ ਸਕੇ। ਉਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਉਂ ਕੰਚਨ ਸੁਹਾਗਾ ਡਾਲੇ। ਉਸ ਤਰ੍ਹਾਂ ਹੌਲੀ ਹੌਲੀ ਜਿਹੜੀ ਇਨਸਾਨ ਦਾ ਸਰੀਰ ਹੈ, ਉਸ ਦਾ ਜਿਹੜਾ ਮਨ ਹੈ, ਐਂਡ ਬਾਈ ਐਕਸਟੈਂਸ਼ਨ ਜਿਹੜੀ ਸੁਸਾਇਟੀ ਹੈ, ਉਹ ਡੈਕੇਡੈਂਟ ਹੁੰਦੀ ਜਾ ਰਹੀ ਹੈ, ਡਿਸੋਲਵ ਹੋ ਰਹੀ ਹੈ, ਅਗਰ ਇਨਸਾਨ ਉਹਨਾਂ ਚੀਜ਼ਾਂ ਦੇ ਉੱਤੇ ਕੰਟਰੋਲ ਨਹੀਂ ਕਰਦਾ। ਐਨੀਵੇਜ਼, ਸੋ ਆਪਣਾ ਇੱਥੇ ਜਿਹੜਾ ਵਿਚਾਰ ਹੈ ਇਸ ਦੀ ਆਪਾਂ ਸਮਾਪਤੀ ਕਰਦੇ ਹਾਂ। ਸੋ ਇਹ ਜਿਹੜਾ ਗੁਰੂ ਸਾਹਿਬ ਦਾ ਇੱਕ ਹੁਕਮ ਹੈ, 15ਵਾਂ ਹੁਕਮ ਗੁਰੂ ਸਾਹਿਬ ਦਾ, ਇਸ ਦੇ ਵਿੱਚ ਗੁਰੂ ਸਾਹਿਬ ਜਿਹੜੇ ਨੇ ਉਹ ਸਾਨੂੰ ਇਹ ਇਨਸਟਰਕਸ਼ਨ ਕਰ ਰਹੇ ਨੇ ਕਿ ਵੀ ਪਰਾਈ ਇਸਤਰੀ ਨੂੰ ਇੱਕ ਮਾਂ, ਭੈਣ ਔਰ ਧੀ ਦਾ ਦਰਜਾ ਜਿਹੜਾ ਹੈ ਉਹ ਦੇਣਾ ਹੈ। ਆਨੰਦ ਕਾਰਜ ਦੇ ਵਿੱਚ ਆਪਣਾ ਜੀਵਨ ਜਿਹੜਾ ਹੈ ਉਸ ਨੂੰ ਬਤੀਤ ਕਰਨਾ ਹੈ, ਔਰ ਆਨੰਦ ਕਾਰਜ ਤੋਂ ਬਾਹਰ ਕੋਈ ਵੀ ਕਿਸੇ ਕਿਸਮ ਦਾ ਰਿਲੇਸ਼ਨ ਜਿਹੜਾ ਹੈ ਉਹ ਰੱਖਣ ਦੀ ਕੋਸ਼ਿਸ਼ ਨਹੀਂ ਕਰਨੀ, ਕਿਉਂਕਿ ਉਸ ਦੇ ਨਾਲ ਗੁਰੂ ਸਾਹਿਬ ਇਹ ਕਹਿੰਦੇ ਨੇ ਕਿ ਸਿਰਫ ਇਨਸਾਨ ਦੇ ਮਨ ਦੇ ਵਿੱਚ ਹੀ ਵਿਕਾਰ ਨਹੀਂ ਆਉਂਦੇ, ਉਸ ਦੇ ਸਰੀਰ ਵਿੱਚ ਵੀ ਵਿਕਾਰ ਆਉਂਦੇ ਨੇ, ਐਂਡ ਹੌਲੀ ਹੌਲੀ ਬਾਈ ਐਕਸਟੈਂਸ਼ਨ ਸੁਸਾਇਟੀ ਦੇ ਵਿੱਚ ਵਿਕਾਰ ਆਉਂਦੇ ਨੇ। ਔਰ ਇਹ ਜਿਹੜੇ ਵਿਕਾਰ ਨੇ, ਇਹ ਜਿਹੜੇ ਕਰਪਸ਼ਨ ਹੈ, ਇਹ ਹੌਲੀ ਹੌਲੀ ਸੁਸਾਇਟੀ ਜਿਹੜੀ ਹੈ ਉਸ ਨੂੰ ਇੱਕ ਡੈਕੇਡੈਂਟ ਸੁਸਾਇਟੀ ਬਣਾਉਂਦੀ ਹੈ। ਸੁਸਾਇਟੀ ਜਿਹੜੀ ਉਹ ਕਰੰਬਲ ਕਰ ਜਾਂਦੀ ਹੈ, ਉਸ ਦੇ ਵਿੱਚ ਇੱਕ ਕਲਯੁਗੀ ਜਿਹੜਾ ਐਟੀਟਿਊਡ ਹੈ ਉਹ ਆ ਜਾਂਦਾ ਹੈ। ਔਰ ਸੋਲੂਸ਼ਨ ਜਿਹੜਾ ਹੈ ਉਹ ਗੁਰੂ ਸਾਹਿਬ ਸਾਨੂੰ ਇਹ ਦਿੰਦੇ ਨੇ ਕਿ ਵੀ ਅਸੀਂ ਅਗਰ ਪਰਮਾਤਮਾ ਦੇ ਨਾਲ ਆਪਣਾ ਨਾਂ ਜਿਹੜਾ ਹੈ ਉਹ ਜੋੜ ਕੇ ਰੱਖਦੇ ਹਾਂ, ਆਨੰਦ ਕਾਰਜ ਦੇ ਵਿੱਚ ਰਹਿ ਕੇ ਇੱਕ ਅੱਛਾ ਜੀਵਨ ਆਪਣਾ ਜਿਹੜਾ ਹੈ, ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਕਦੀ ਵੀ ਯੋਗੀਆਂ ਵਾਂਗ ਜਾਂ ਡੈਸੋਲੇਟ ਥਾਵਾਂ ਦੇ ਉੱਤੇ ਜਾ ਕੇ ਇਕੱਲੇ ਰਹਿਣ ਵਾਸਤੇ ਜ਼ਿੰਦਗੀ ਬਤੀਤ ਕਰਨ ਲਈ ਨਹੀਂ ਉਹਨਾਂ ਨੇ ਕਿਹਾ। ਉਹਨਾਂ ਨੇ ਖੁਦ ਮੈਰਿਜਸ ਕੀਤੀਆਂ, ਔਰ ਉਹੀ ਉਹਨਾਂ ਨੇ ਸਾਨੂੰ ਇਨਸਟਰਕਟ ਕੀਤਾ ਕਿ ਇੱਕ ਪ੍ਰੋਪਰ ਮੈਰਿਜ ਜੀਵਨ ਜਿਹੜਾ ਹੈ ਉਸ ਨੂੰ ਬਿਤਾਓ। But outside of that institution of marriage, there is no place in Sikhi for anything beyond that. ਸੋ ਇੱਕ ਗੁਰੂ ਸਾਹਿਬ ਦਾ ਇਹ ਹੁਕਮ ਹੈ ਜਿਹੜਾ ਕਿ ਬਹੁਤ ਰੈਲੇਵੈਂਟ ਹੈ ਸਾਡੇ ਵਾਸਤੇ, ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਉਂ-ਜਿਉਂ ਅਸੀਂ ਸੁਸਾਇਟੀ ਦੇ ਵਿੱਚ ਦੇਖਦੇ ਹਾਂ ਕਿ ਕੁਝ ਲੀਗਲ ਚੇਂਜਸ ਜਿਹੜੇ ਨੇ ਉਹ ਆ ਰਹੇ ਨੇ, ਜਿੱਥੇ ਕਿ ਕਾਮਨ ਲਾਅ ਪਾਰਟਨਰਸ਼ਿਪਸ ਜਿਹੜੀਆਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਜਾ ਰਿਹਾ ਕਿ ਜੀ ਲੋਕੀ ਜਿਹੜੇ ਨੇ ਵਿਦਆਊਟ ਦੀ ਇੰਸਟੀਟਿਊਟ ਆਫ ਮੈਰਿਜ ਰਹਿ ਸਕਦੇ ਨੇ। ਉੱਥੇ ਸਿੱਖਾਂ ਵਾਸਤੇ, ਆਉਣ ਵਾਲੀਆਂ ਜਨਰੇਸ਼ਨਸ ਲਈ, ਬੱਚਿਆਂ ਵਾਸਤੇ ਇਹ ਚੀਜ਼ਾਂ ਇੰਪੋਰਟੈਂਟ ਨੇ ਸਮਝਣਾ ਕਿ ਵੀ ਗੁਰਬਾਣੀ ਜਿਹੜੀ ਹੈ ਉਹ ਸਾਨੂੰ ਕੀ ਇਨਸਟਰਕਸ਼ਨ ਦੇ ਰਹੀ ਹੈ। ਇਜ਼ ਦੇयर ਐਨੀ ਪਲੇਸ ਫॉर ਥੀਸ ਟਾਈਪ ਆਫ ਥਿੰਗਸ ਇਨ ਸਿੱਖੀ ਔਰ ਨਾਟ। ਤੇ ਸੋ ਆਪਾਂ ਇੱਥੇ ਸਮਾਪਤੀ ਕਰਦੇ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਮੈਂ ਮਾਫੀ ਮੰਗਾਂਗਾ। ਆਪਣੀ ਸਮਝ ਮੁਤਾਬਿਕ ਜੋ ਮੈਨੂੰ ਠੀਕ ਲੱਗਾ ਮੈਂ ਉਸ ਤਰੀਕੇ ਦੇ ਨਾਲ ਉਹਨੂੰ ਸਟਰਕਚਰ ਕਰਕੇ ਆਪਣਾ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।